जुगो जुग अटल। धन धन गुरु ग्रंथ साहिब जी, गुरु पातशाह जी की अपार बख्शिश। सवेर समय सत्संगत के पल असीं माण पा रहे हैं। करतारी कुदरत समय की खेड नूं सजाउंदी है, बनाउंदी है ते इस दे चक्कर नूं लगातार मुसलसल चलाएमान रखती है। मनुखों की दुनिया दे विच समय की मपाइश, समय की बंदिश, समय नाल किवें असीं चलना है, तुरना है, उहदे लई किते क्लॉक की जिहड़ी है इन्वेंशन हुंदी है, किते वक्त नूं दिन रात दे विच बंदा वेखदा है, हनेरे चानण नूं वखरे नां देंदा है। गुजरदे दिनां दे नाल उसनूं फिर नवीआं इकाइयां च बन्निया जांदा है, जिवें हफ्ते, सप्ताहे, वीक्स। फिर उन्हां नूं थित्तां दे विच मतलब सूरज ते चंद्रमा दीआं चालां दे नाल जिवें समां महसूस हुंदा तुरदा, हनेरा चानणा थित, इस सब दे नाल फिर मास महीनिਆਂ दे नाल, रुत्तां दे नाल, फिर ਵੱਡੇ थोड़े रूप दे बरसां दे विच उहनूं कन्वर्ट हुंदा दिखदा है। सो इस सारे दे अंदर वखरे वखरे कल्चर ने मनुखां दी दुनिया दे अंदर। साडी भी एक बड़ी स्ट्रोंग हैरीटेज है, एक पूरा पिछोकड़ है साडा। उहदे विच देसी महीनिਆਂ दी वंड मुताबक ते जो नानकशाही सम्मत, जिथों नानक परस्तरां गुरु नानक नाम लेवा एक कम्यूनिटी बिल्ड होंदी है, सिख समाज, ਉਹਦੇ ਨਾਲ ਸਾਡਾ ਇੱਕ ਇਤਿਹਾਸ ਸਿਰਜਿਆ ਜਾਂਦਾ ਹੈ। ਸੋ ਸਭ ਨੂੰ ਅਸੀਂ ਜਦੋਂ ਇੱਕ ਨੈਟ ਸ਼ੈਲ 'ਚ ਦੇਖਦੇ ਹਾਂ ਤੇ ਉਹਦੇ ਮੁਤਾਬਕ ਸਮੇਂ ਦੀ ਬੰਤਰ ਵਿੱਚ ਅੱਜ ਤੋਂ ਸਾਡਾ ਨਾਨਕਸ਼ਾਹੀ ਵਰ੍ਹਾ ਪ੍ਰਾਰੰਭ ਹੋ ਰਿਹਾ ਹੈ। ਸੋ ਚੇਤ ਮਹੀਨਾ, ਜਿੱਥੇ ਇਹ ਦੇਸੀ ਮਹੀਨਿਆਂ ਦੇ ਵਿੱਚ ਪਹਿਲਾ ਮਹੀਨਾ ਹੈ, ਉੱਥੇ ਨਾਲ ਹੀ ਅੱਜ ਨਵਾਂ ਵਰ੍ਹਾ ਸਾਡੇ ਵਾਸਤੇ ਪ੍ਰਾਰੰਭ ਹੋ ਰਿਹਾ ਹੈ। ਇਸ ਚੜ੍ਹਦੇ ਵਰ੍ਹੇ ਦੇ ਵਿੱਚ ਅਸੀਂ ਭਾਵੇਂ ਗੁਰਦੁਆਰੇ ਦੀ ਹਜ਼ੂਰੀ ਵਿੱਚ ਕੁਝ ਮੌਜੂਦ ਹਾਂ ਜਾਂ ਘਰਾਂ ਥਾਵਾਂ ਤੋਂ ਟੈਲੀਵਿਜ਼ਨ ਰਾਹੀਂ ਜਾਂ ਹੋਰ ਜੋ ਸਾਡੇ ਕੋਲ ਰਿਸੋਰਸਿਸ ਨੇ ਉਹਨਾਂ ਦੇ ਜ਼ਰੀਏ ਗੁਰਬਾਣੀ ਨਾਲ ਜੁੜ ਰਹੇ ਹਾਂ। ਵਡਭਾਗਤਾ ਹੈ। ਚੜ੍ਹਦੀ ਸਵੇਰ ਅਰਦਾਸ ਦੀ ਸ਼ਮੂਲੀਅਤ ਦੇ ਨਾਲ ਹੁਕਮਨਾਮੇ ਦਾ ਵਾਕ ਆਪਨੇ ਸਰਵਨ ਕੀਤਾ ਹੈ। ਮਰਿਆਦਿਤ ਢੰਗ ਦੇ ਨਾਲ ਹੁਕਮਨਾਮੇ ਦੇ ਬਚਨਾਂ ਦੀ ਵਿਆਖਿਆ ਹੋਏਗੀ। ਜਿੰਨਾ ਸਮਾਂ ਅਲਾਓ ਕਰੇਗਾ। 12 ਮਾਹ ਦੇ 2 ਪਦੇ ਪੜ੍ਹੇ ਨੇ ਭਾਈ ਸਾਹਿਬ ਨੇ, ਪਹਿਲਾ ਪਦਾ ਤੇ ਦੂਸਰਾ, ਜਿਹਦੇ 'ਚ ਚੇਤ ਦਾ ਸਿਰਨਾਮਾ ਪ੍ਰਾਰੰਭ ਕਰਦਾ ਹੈ ਉਸ ਦੇਸੀ ਕੈਲੰਡਰ ਨੂੰ। ਸੋ ਜਿੰਨਾ ਕੁ ਵਕਤ ਅਲਾਓ ਕਰੇਗਾ ਉਹਦੇ ਮੁਤਾਬਕ ਉਹਨਾਂ ਬਚਨਾਂ ਦੀ ਵਿਵੇਚਨਾ ਕਰਾਂਗੇ। ਪ੍ਰਾਰੰਭਤਾ ਹੁਕਮਨਾਮੇ ਦੀ ਵਿਆਖਿਆ ਤੋਂ ਕਰ ਰਹੇ ਹਾਂ। ਇੱਕ ਵਾਰ ਸਪਰੇਮ ਖਾਕਸਾਰ ਦੀ ਬੁਲਾਈ ਹੋਈ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਗੁਰਬਚਨ ਧਨਾਸਰੀ ਰਾਗ ਵਿੱਚ ਹੈ। ਮਹਲਾ ਪੰਜਵਾਂ। ਗੁਰੂ ਅਰਜਨ ਪਾਤਸ਼ਾਹ ਪੰਚਮ ਨਾਨਕ ਜੀ ਬਚਨ ਨੂੰ ਉਚਰਿਤ ਕਰ ਰਹੇ ਨੇ। ਇਸ ਪਾਵਨ ਸ਼ਬਦ ਦਾ ਮੁੱਖ ਸੁਨੇਹਾ ਮੀਨ ਰਹਾਉ ਦਾ ਪਦਾ ਜੋ ਹੈ, ਈਤ ਊਤ ਨਹੀਂ ਵਿਛੁੜੈ ਸੋ ਸੰਗੀ ਗਨੀਐ, ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਪਨੀਐ। ਰਹਾਉ। ਈਤ ਊਤ ਨਹੀਂ ਵਿਛੁੜੈ ਸੋ ਸੰਗੀ ਗਨੀਐ। ਜੀਵਨ ਦੇ ਵਿੱਚ ਅਸੀਂ ਸਭ ਸਾਥ ਲੱਭਦੇ ਹਾਂ, ਸੰਗੀ ਲੱਭਦੇ ਹਾਂ, ਜਿਹਨੂੰ ਅਸੀਂ ਕੰਪੈਨੀਅਨਸ਼ਿਪ ਕਹਿੰਦੇ ਹਾਂ। ਵੀ ਰੀਅਲੀ ਨੀਡ ਅ ਕੰਪਨੀ। ਜਦੋਂ ਉਸ ਲੈਵਲ 'ਤੇ ਦੇਖੀਏ ਤੇ ਜਿਹੜੀ ਕੰਪੈਨੀਅਨਸ਼ਿਪ ਹੈ, ਜਿਹੜੀ ਕੰਪਨੀ ਹੈ, ਜਿਹੜੀ ਸਾਨੂੰ ਆਲੇ ਦੁਆਲੇ ਸੰਗ ਮਿਲਦਾ ਆ, ਇਹ ਸਾਨੂੰ ਖੁਸ਼ੀ ਦਿੰਦਾ ਹੈ, ਸਾਨੂੰ ਚਾਅ ਦਿੰਦਾ ਹੈ। ਪਰ ਇਹ ਵੀ ਸੱਚਾਈ ਹੈ ਕਿ ਬਹੁਤੀ ਵਾਰ ਬੰਦਾ ਆਪਣੇ ਸੰਗੀਆਂ ਕਰਕੇ ਦੁਖੀ ਹੁੰਦਾ ਹੈ, ਕਿਉਂਕਿ ਸੰਗ ਤੇ ਇਸ ਕਰਕੇ ਇਕੱਠਾ ਕੀਤਾ ਸੀਗਾ, ਖੁਸ਼ੀ ਹੋਏਗੀ, ਸੁੱਖ ਹੋਏਗਾ। ਪਤਾ ਲੱਗਦਾ ਹੈ ਬਹੁਤਾਇਤ 'ਚ ਸੁੱਖ ਨਹੀਂ ਹੈਗਾ, ਬਲਕਿ ਸਵਾਰਥ ਹੈ, ਹਵਸ ਹੈ, ਹੋਰ ਬਹੁਤ ਸਾਰੀਆਂ ਚੀਜ਼ਾਂ ਉਹਦੇ 'ਚ ਮਨੋਵਰ ਹੈਗੀਆਂ ਨੇ। ਫਿਰ ਇਹ ਵੀ ਹੈ ਜੇ ਕਿਤੇ ਐਕਸੈਪਸ਼ਨਲ ਲੈਵਲ 'ਤੇ ਕੋਈ ਖੁਸ਼ੀ ਦੇਣ ਵਾਲਾ ਸੰਗ ਸਾਥ ਬਣ ਵੀ ਜਾਏ, ਉਹਦੇ ਅੰਦਰ ਇਹ ਵੀ ਨਿਯਮ ਹੈ
कि वह संग साथ सदा नहीं गा, वक्ती तौर पर है, अज नहीं तो कल टुट जाना है, उखड़ जाना है, विछड़ जाना है, फिर दुख पैदा होएगा। इस सारे नूं जिवें भारती खिते दे विच ਜਿਹੜੇ ਲੋਕ ਆਪਣੇ ਆਪ ਨੂੰ ਸਪਿਰਿਚੁਅਲ ਖਾਉਂਦੇ ਸੀ ਆ, ਜਿਨ੍ਹਾਂ ਦੇ ਵਿੱਚ ਸਪਿਰਿਚੁਅਲ ਅਵੇਅਰਨੈਸ ਆਈ, ਉਹਨਾਂ ਨੇ ਇੱਕ ਜੀਵਨ ਦਾ ਤਰੀਕਾ ਅਪਣਾਇਆ। ਦੇ ਅਡਾਪਟਡ ਏ ਵੇ ਆਫ ਲਾਈਫ ਵੇਅਰ ਦੇ ਸਟਾਰਟਡ ਰਿਨਾਊਂਸਿੰਗ ਦਿਸ ਵਰਲਡ। ਮੌਂਕ ਬਣ ਗਏ, ਸੰਸਾਰ ਹੀ ਰਿਨਾਊਂਸ ਕਰ ਦਿਓ, ਨਾ ਕਿਸੇ ਦਾ ਸੰਗ ਲੈਣਾ, ਨਾ ਕਿਸੇ ਨੂੰ ਸੰਗ ਦੇਣਾ, ਸਭ ਤਿਆਗ ਕੇ ਤਿਆਗੀ ਹੋ ਗਏ। ਹੁਣ ਤਿਆਗੀ ਹੋ ਕੇ ਚਲੇ ਗਏ ਜੰਗਲਾਂ, ਬੇਲਿਆਂ, ਕੰਦਰਾਂ, ਪਹਾੜਾਂ, ਉਸ ਰੂਪ ਦੇ ਵਿੱਚ। ਪਰ ਗੁਰਮਤਿ ਨੇ ਕਿਹਾ ਇਹ ਤੇ ਮਦਰ ਨੇਚਰ ਨੇ ਸਾਨੂੰ ਨਹੀਂ ਦਿੱਤਾ, ਨਾ ਸਿਖਾਇਆ, ਨਾ ਇਹ ਮਨੁੱਖੀ ਜੀਵਨ ਦਾ ਮਕਸਦ ਹੀ ਹੈ। ਫਿਰ ਕੀਤਾ ਜਾਏ ਤੇ ਕੀ ਕੀਤਾ ਜਾਏ? ਸਾਹਿਬ ਨੇ ਫਿਰ ਸੰਗ ਸਾਥ ਵਿੱਚ ਕਿਵੇਂ ਰਹਿਣਾ ਹੈ ਤੇ ਸੰਗ ਸਾਥ ਕਿਵੇਂ ਨਿਭਾਉਣਾ ਹੈ, ਇਹਨੂੰ ਬੜੇ ਸੋਹਣੇ ਢੰਗ ਨਾਲ ਸਿਖਾਇਆ। ਸਾਡਾ ਜਿਹੜਾ ਸਪਿਰਿਚੁਅਲ ਮਾਡਲ ਆ ਇਹ ਫੈਮਿਲੀ ਓਰੀਐਂਟਡ ਹੈ। ਗੁਰੂ ਮਹਾਰਾਜ ਨੇ ਪਰਿਵਾਰ ਵਿੱਚ ਰਹਿਣਾ ਸਿਖਾਇਆ, ਸਮਾਜ ਵਿੱਚ ਰਹਿਣਾ ਸਿਖਾਇਆ, ਨਿਜ਼ਾਮ ਵਿੱਚ ਰਹਿਣਾ ਸਿਖਾਇਆ। ਹਰ ਪਰਿਪੇਖ ਵਿੱਚ ਸਾਨੂੰ ਉਸ ਚੀਜ਼ਾਂ ਸਿਖਾਈਆਂ ਨੇ। ਅਸੀਂ ਬਚਨ ਪੜ੍ਹਦੇ ਹਾਂ, ਜੋਗ ਨਾ ਭਗਵੀਂ ਕੱਪੜੀ, ਜੋਗ ਨਾ ਮੈਲਾ ਵੇਸ, ਭਗਵੇ ਪਾਲੋ ਮੈਲਾ ਵੇਸ, ਸਭ ਕੁਝ ਤਿਆਗ ਕੇ ਬਰਾਗੀ ਹੋ ਕੇ ਚਲੇ ਜਾਓ। ਸਭ ਕਹਿੰਦੇ ਕੋਈ ਜੋਗ ਨਹੀਂ ਗਾ। ਹਾਂ, ਨਾਨਕ ਘਰ ਬੈਠਿਆਂ ਜੋਗ ਪਾਈ ਹੈ, ਘਰੇ ਜੋਗ ਪਾ ਸਕਦੇ ਹੋ। ਸਤਿਗੁਰ ਕਾ ਉਪਦੇਸ਼, ਜੇ ਤੁਹਾਨੂੰ ਸੱਚਾ ਉਪਦੇਸ਼ ਤੁਹਾਡੇ ਸਤਿਗੁਰੂ ਦਾ ਪ੍ਰਾਪਤ ਹੋ ਜਾਏ ਤੇ ਤੁਸੀਂ ਕਿਸੇ ਚੰਗੇਰੀ ਸਿੱਖਿਆ ਦੇ ਧਾਰਨੀ ਹੋ ਜਾਓ। ਹੁਣ ਚੰਗੇਰੀ ਸਿੱਖਿਆ ਜਿਵੇਂ ਆਹੀ ਸ਼ਬਦ ਆ ਰਿਹਾ ਹੈ, ਈਤ ਊਤ ਨਹੀਂ ਵਿਛੁੜੈ ਸੋ ਸੰਗੀ ਗਨੀ ਹੈ। ਸੰਗੀ ਸਿਰਫ ਸਰੀਰ ਨਹੀਂ ਹੁੰਦਾ। ਬੰਦਾ ਇੱਥੋਂ ਸਮਝਣਾ ਸ਼ੁਰੂ ਕਰੇ। ਲਿਟਰਲੀ ਤੌਰ ਤੇ ਬਾਣੀ ਦਾ ਬਚਨ ਹੈ कि जाग लेहो रे मना जाग लेहो, कहाँ गाफल सोया, जो तन उपजो संग ही सोपी संग ना होया। ਜਿਹੜਾ ਸ਼ਰੀਰ ਤੇਰੇ ਨਾਲ ਪੈਦਾ ਹੋਇਆ ਹੈ, ਇਹ ਸ਼ਰੀਰ ਵੀ ਤੇਰਾ ਸੰਗੀ ਨਹੀਂ ਬਣਨਾ। ਮਤਲਬ ਬੰਦੇ ਨੂੰ ਆਪਣੇ ਆਪ ਨੂੰ ਪਹਿਲੇ ਦਿਨ ਤੋਂ ਸਮਝ ਕੇ ਚੱਲਣਾ ਚਾਹੀਦਾ ਹੈ। ਇੱਥੇ ਹਰ ਤਰ੍ਹਾਂ ਦੀ ਜਿਹੜੀਆਂ ਜ਼ਿੰਮੇਵਾਰੀਆਂ ਨੇ ਮੈਂ ਨਿਭਾਉਣੀਆਂ ਨੇ। ਸਰੀਰ ਦੇ ਪ੍ਰਤੀ ਸਾਡੀਆਂ ਜ਼ਿੰਮੇਵਾਰੀਆਂ ਨੇ। ਜੋਗੀ ਬਣੇ ਸਰੀਰ ਗਾਲਦਾ, ਸਰੀਰ ਨੂੰ ਕੁਝ ਖਾਣ ਨੂੰ ਨਹੀਂ ਦੇਣਾ, ਪਾਣ ਨੂੰ ਨਹੀਂ ਦੇਣਾ, ਕੁਛ ਨਹੀਂ। ਇਹ ਸੰਗੀ ਨਹੀਂ ਗਾ। ਇਹਦਾ ਕਰਨਾ ਕੀ, ਛੱਡੋ ਪਰਾ, ਗਲਣ ਦਿਓ ਇਹਨੂੰ। ਇਸ ਨੂੰ ਕੀੜੇ ਪੈ ਜਾਣ ਤੇ ਪੈ ਜਾਣ, ਇਹਨੂੰ ਮੈਲ ਲੱਗ ਜੇ ਤੇ ਲੱਗ ਜੇ। ਮਤਲਬ ਡਿਟੈਚਮੈਂਟ ਇਸ ਰੂਪ ਦੇ ਵਿੱਚ। ਬਾਬਾ ਜੀ ਨੇ ਕਿਹਾ ਨਾ, ਇਸ ਤਰ੍ਹਾਂ ਨਹੀਂ ਹੈਗਾ। ਇਹ ਜਿਹੜਾ ਸਰੀਰ ਆ, ਇਹ ਕਰਤਾਰੀ ਨਿਜ਼ਾਮ ਦੇ ਵਿੱਚ ਇਵੋਲਵ ਹੋਇਆ ਹੈਗਾ। ਇਹਦੇ ਪ੍ਰਤੀ ਡਿਊਟੀਜ਼ ਨੇ ਸਾਡੀਆਂ, ਉਹ ਸੰਭਾਲੋ। ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇਹੀ ਕੋ ਪਾਲ। ਇਹਨੂੰ ਪਾਲਣਾ ਹੈ, ਗਾਲਣਾ ਨਹੀਂ, ਸੰਭਾਲਣਾ ਇਹਨੂੰ। ਪਰ ਇੱਕ ਚੀਜ਼ ਚੇਤੇ ਰੱਖਣੀ ਹੈ, ਇਹ ਜੋ ਤੇਰੇ ਸੰਗ ਪੈਦਾ ਹੋਇਆ, ਜਿਹਨੂੰ ਤੂੰ ਪਾਲ ਰਿਹਾ, ਸੰਭਾਲ ਰਿਹਾ, ਸਭ ਇਹ ਸਿਰਫ ਵਕਤੀ ਤੌਰ ਤੇ ਹੈ। ਅਲਟੀਮੇਟਲੀ ਇਹਨੇ ਇੱਕ ਦਿਨ ਵਿਦਾ ਹੋ ਜਾਣਾ ਹੈ। ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਇਹ ਚੀਜ਼ ਹੋ ਜਾਣੀ ਹੈ। ਇਹ ਡਿਟੈਚਮੈਂਟ ਇਹਦੇ ਨਾਲ ਇੰਨੀ ਕੁ ਰੱਖੀ ਕਿ ਇਹਨੇ ਡਿਸਮੈਂਟਲ ਹੋਣਾ। ਫਿਰ ਇਕੱਲਾ ਇਹ ਨਹੀਂ, ਇਹਦੇ ਨਾਲ ਜੁੜੇ ਹੋਈ ਹਰ ਸ਼ੈ, ਹਰ ਵਸਤ, ਹਰ ਰਿਸ਼ਤਾ, ਹਰ ਸਰੀਰ, ਇੱਕ ਉਹ ਸਾਰੇ ਨੂੰ ਨਜ਼ਰ ਵਿੱਚ ਰੱਖ ਕੇ ਸੰਬੰਧ ਸਥਾਪਿਤ ਕਰਨੇ। ਇਹਦੇ ਵਿੱਚ ਫਿਰ ਬੰਦਾ ਇੱਕ ਚੀਜ਼ ਨੂੰ ਵੇਖਦਾ ਹੈ, ਸਭ ਨੂੰ ਦੇਣ ਵਾਲਾ, ਪੈਦਾ ਕਰਨ ਵਾਲਾ, ਬਣਾਉਣ ਵਾਲਾ, ਸਾਨੂੰ ਇਸ ਸਾਰੇ ਲੈਵਲ ਤੇ ਪਲੇਟਫਾਰਮ ਤੇ ਲਿਆਉਣ ਵਾਲੀ ਇੱਕ ਕਰਤਾਰੀ ਹਸਤੀ, ਐਗਜ਼ਿਸਟੈਂਸ, ਰੱਬ। ਆਪਾਂ ਉਹਦੀ ਸਾਂਝ ਰੱਖੀਏ ਇਸ ਸਰੀਰ ਨਾਲ ਵੀ। ਸਰੀਰ ਨੂੰ ਰੱਬ ਦੀ ਜੋਤ ਮੰਨੀਏ। ਤੇ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਆ ਸਮਝ ਇਹਦੇ ਨਾਲ। ਇਹਦੀ ਪਾਲਣਾ ਇਸ ਕਰਕੇ ਕਰ ਕਿ ਤੈਨੂੰ ਰੱਬ ਨੇ ਜੋਤ ਦਿੱਤੀ, ਤੈਨੂੰ ਰੱਬ ਨੇ ਵਡਿਆਈ ਦਿੱਤੀ, ਇਹਨੂੰ ਸੰਭਾਲਣਾ ਹੈ। ਫਿਰ ਇਕੱਲਾ ਇਹ ਨਹੀਂ, ਇਹ ਸਰੀਰ ਨਾਲ ਹੋਰ ਸਰੀਰ ਜਿਹੜੇ ਜੁੜੇ ਨੇ, ਉਹ ਭਾਵੇਂ ਮਾਪੇ ਨੇ, ਭਾਵੇਂ ਸਾਡੇ ਐਕਸਟੈਂਡਡ ਫੈਮਿਲੀ ਦੇ ਰਿਸ਼ਤੇ ਨੇ, ਭਾਵੇਂ ਸਾਡੇ ਆਪਣੇ ਆਫ ਸਪਰਿੰਗਸ ਨੇ, ਬੱਚੇ ਨੇ, ਸਭ ਇਹ ਉਹਦੀ ਦਾਤ ਹੈ। ਇਸ ਨੂੰ ਇਸ ਤਰੀਕੇ ਨਾਲ ਸੰਭਾਲ। ਇਹ ਸਾਰਿਆਂ ਦੇ ਵਿੱਚ ਉਸ ਕਰਤਾਰੀ ਜੋਤ ਨੂੰ ਉਹਨੂੰ ਵੇਖ, ਤੇ ਫਿਰ ਸਭ ਨੂੰ ਵੇਖਦਾ ਹੋਇਆ ਅਹਿਸਾਸ ਇਹ ਹੋਏਗਾ, ਉਹ ਜੋਤ ਉਹ ਤੇ ਜੰਮਣ ਮਰਨ ਤੋਂ ਪਰੇ ਹੈ। ਸਰੀਰ ਆਉਂਦੇ ਨੇ, ਬਦਲਦੇ ਨੇ, ਟੁੱਟਦੇ ਨੇ, ਭੱਜਦੇ ਨੇ, ਇਹ ਸਭ ਤੇ ਨਿਜ਼ਾਮ ਦਾ ਹਿੱਸਾ ਆ। ਫਿਰ ਬੰਦਾ ਇੱਕ ਰੀਅਲ ਸੈਂਸ ਆਫ ਲਾਈਫ ਲੈ ਆਉਂਦਾ ਆ। ਹਾਲਾਂਕਿ ਜਿੰਨੇ ਆਸਾਨੀ ਨਾਲ ਕਿਹਾ ਜਾ ਰਿਹਾ, ਇੰਨੀ ਆਸਾਨੀ ਨਾਲ ਬੰਦੇ ਨੂੰ ਸਮਝ ਨਹੀਂ ਆਉਂਦੀ। ਪਰ ਜੇ ਆ ਜਾਏ, ਜੇ ਪਕੜ ਹੋ ਜਾਏ,
गुरु अर्जन साहब ने क्या, ईत ऊत नहीं बिछुड़ा सो संगी गनी है। फिर वो संगी है, संगी है वो जोत, वो संकल्प, वो जीवन का असल परिपेख जिन्हों असी रब का ज्ञान कह देंगे। जिन्होंने गुरु साहब ने इस तरह बयान किया सीगा, जदों सज्जन शेख कौर गुरु साहब गए दुलंबे की धरती ते वो मतलब लोगों को मार रहा सीगा। बंदा करदा की है, जिन्होंने साहब ने कहा, बहु परपंच कर परधन लियावै सुतदारा पयान लुटावै। बंदा परपंच करता है, आले दुआले नूं ठगदा है, चोरी करता है, धोखा करता है, बहुत कुछ करके कुछ जियां दे उत्ते सब कुछ लुटाने लिए तैयार हो जाता है। सोचता है ये मेरे संगी ने, ये मेरे साथी ने। बाबा जी ने कहा ना, असल रूप दे विच तू जे संसार सारे विच रह रहा है तो सारा संसार तेरा परिवार है। हाँ, एक फैमिली बहुत क्लोज आ तेरे, जिन्हों मदर नेचर ने तेरी बिल्कुल डायरैक्ट ड्यूटी च रखा, तो ड्यूटी निभानी है, पर उन्हें निभाने लग्या पूरे संसार के प्रति जिहड़ा तेरा फर्ज आ, जिहड़ी एक यूनीवर्सल बीइंग वाली सेंस आ, वो नहीं टुटनी चाहिए। तो शब्द पढ़ते हैं, सज्जन सेई नाल मैं चलदियां नाल चलन, जिथे लेखा मंगी है तिथे खड़े दिसन। क्या चेते रखी, सज्जनता वो बनाई, मतलब मैं आले दुआले नूं लुटदा ठगदा तो बच्चियां ते आके अपने आप नूं लुटाउण लई तैयार हो जाना वा, कास लई, क्योंकि सोच ये है उन्हां नूं मिठा लगांगा मैं, वो मैनूं ज़्यादा चाहणगे, आ चाहत है, मैं सजन बनांगा उन्हां दी नज़र दे विच, ते उन्हां दी नज़र च सजन बनने वास्ते मैं खुद सजन बनांगा अपनी नज़र विच, मैं बड़ा चंगा वा, मैं बड़ा भला। ये जिहड़ी रूपता है, गुरु बाबा जी कहिंदे सजन बन, पर इस नज़रिए नाल नहीं, करतारी नज़रिए दे नाल। जिहड़ी असल सज्जनता है वो ये नहीं किसी नूं लुटना ठगना ये सब करना, संसार ते निभाउणा है, कमाउणा है, सब चीज़ां होणीआं ने, पर असूलों दे नाल। इस नूं साहब ने कहा, जदों बंदा इस चीज़ ते धारनी हो जाता है, फिर मोह माया नहीं बहुती रह जाती। फिर ये नहीं कि किसी नूं आले दुआले लुटिया ठगिया तो कुछ लोगों नूं ज़्यादा देण दे चक्कर दे विच असूल तोड़ दिते, जीवन दे एथिकली बैंकरप्ट हो गया। सब कहते ना, ईत ऊत नहीं विछोड़ा। एक ऐसा स्कूल ऑफ थॉट जिहड़ा किसी लैवल ते भी टुटे ना, सो संगी गनी है, उसका संग कर लिया, उसनों अपने नाल अपना लिया। बिन सजाए जो निमख मैं सो अलप सुख बनी है, बिन सजाए जो निमख मैं। साडे पंजाबी दे चीडियम आ कि हसाए दा ना नहीं हुंदा, रवाए दा ना हुंदा आ। तुसीं किसी नूं खुश करने वास्ते पूरी पूरी जिंदगी ला दिओ, एक दिन किसी चीज़ के उत्ते पूरे ना उतरो, बस डन, गेम ओवर हो गई। कारण की है इहदा? क्योंकि अलप सुख आ। मैं यही सोच रहा कि मैं किसी नूं प्लीज़ कर लवांगा, एक्सट्रा माइल जाके कुछ होर, जिन्हों गुरु साहब ने बड़े रंगां च बयान किया, कामन लोएड़े सोइना रूपा, मित्र लोड़ेन खाद आता, नानक पाप करे ते कारण जासी जमपुर बाध आता। बंदा कुछ इंडिविजुअल्स नूं खुश करने के चक्कर च पाप करन भी तुर पैंदा है। पर सब कहते चेते रखी, ये सब करेगा तो जमा दी पूरी जाएगा। क्यों नहीं एक बैलेंस्ड अप्रोच अडॉप्ट करता? जिहड़ी चीज़ साहब कह रहे ने, बिन सजाए जो निमख मैं, मतलब मैं कोई एक्सट्रा माइल जाके, मैं कोई आले दुआले ठगी चोरी करके, बिल्कुल सब साढ़े, माफ़ी मंगांगा मैं, असी डायस्पोरा च बैठे हाँ। हुण डायस्पोरा दे विच है कि असी इत्थे कैनेडियन या नॉर्थ अमेरिकन इकॉनमी नूं इंजॉय करना है, इस कोई शक नहीं गा, पर एक कॉम्पोनेंट आ, पूरा पैकेज आ। असी कल्ली इकॉनमी इंजॉय नहीं कर सकते, इहदे नाल होर भी बहुत सारियां चीज़ां ने। सब तो वड्डी चीज़ इसदा कल्चर है, किवें भज्जोगे तो। इस लई फिर साडे मन च बहुत शिकायतां होंदियां ने, बच्चे किवें दे बन गए ने। असी ते इन्ना स्नेह करते हैं, इन्ना ख्याल करते हैं, तो ये इतने बखुटर ने कि इन्हां नूं केयर ही कोई नहीं है। भाई कल्चर है, मेल्टिंग पॉट है।
इस चीज़ ਨੂੰ ਕਦੀ ਵੀ ਸੁਰਤ 'ਚੋਂ ਵਿਸਾਰਾਂਗੇ कि मेरा एक ट्रेडिशन है मेरी फैमिली विच परिवार विच खास किस्म की मेरी एक परिवारां दी पिछों आ रही एक परिवारां नाल डील करन दी रिस्पैक्ट करन दी सब एक लाइन आ मेरे इन्हां मुल्खां दे मेरे बच्चे मेरे अगां बच्चियां दे बच्चे सब फॉलो करनगे नो दैट्स टोटली इट्स ए रॉन्ग एक्चुअली काइंड ऑफ एक्सपैक्टेशंस ये कदी मीट नहीं होणगियां दुखी होवांगे इसलिए हर चीज़ नूं प्रॉपर तरीके नाल देखिया जाए जिस माहौल जिस जगह ते रह रहे हैगे आ इहदा असर असरार होएगा भाई तुसी सिक्ख्या समझ सोझी कोई चीज़ देनी चाहुंदे हो उसनूं देण दा तरीका वल टाइम ये सब किन्ना क है साडे दे कोल कुछ भी नहीं साडे ते मोस्टली परिवारां दे विच माफ़ी चाहांगा लैंग्वेज बैरीयर ही बड़ा वड्डा आ जो बच्चे ज़बान बोलते हैं वो मापे नहीं बोल रहे जो मापे बोल रहे हैं बच्चे नहीं बोल रहे आई एम नॉट जस्ट टॉकिंग अबाउट द इंग्लिश मीडियम ईडियम दम जिन्होंने असीं मुहावरा कहने आ जिस मुहावरे जो तुसी गल करते हो मैं तो बहुत सिंपल लैवल ते बात करा बाई चांस नवें बरे की बात असीं उस जगह ते करनी शब्द आ रहा इत्थे एक सिंपल एग्जाम्पल देवां मावां बच्चियां नूं कहदियां ने तू ना हुण यूनीवर्सिटी जा रही है एवें मतलब मुंडियां नाल बहुतियां गल्लां बातां नहीं करनियां वो कहंदी aren't they actually illiterate people how come if I am actually going in university I'm going to spend time over there definitely we're going to have group works we're going to have so many actually assignments over there then definitely we're going to talk with each other ਹੁਣ ਈਡੀਅਮ ਹੈ ਮੁਹਾਵਰਾ ਆ ਮਾਂ ਕੁਛ ਹੋਰ ਦੱਸ ਰਹੀ ਹੈ ਬੱਚੇ ਨੂੰ ਕੁਛ ਹੋਰ ਪਤਾ ਲੱਗ ਰਿਹਾ ਉਹ ਮਾਂ ਉਸ ਤਰੀਕੇ ਨਾਲ ਦੱਸ ਨਹੀਂ ਸਕਦੀ ਦਾਦੀ ਦੱਸ ਨਹੀਂ ਸਕਦੀ ਨਾਨੀ ਦੱਸ ਨਹੀਂ ਸਕਦੀ ਬੱਚੇ ਨੂੰ ਪਤਾ ਨਹੀਂ ਲੱਗ ਰਿਹਾ ਅਜੀਬ ਹਾਲਤ ਹੈ ਆ ਲੈਂਗੁਏਜ ਆ ਲੈਂਗੁਏਜ ਬੈਰੀਅਰ ਆ ਹੁੰਦਾ ਇਹ ਕਲਚਰਲ ਬੈਰੀਅਰ ਵੀ ਸੋ ਇਹ ਚੀਜ਼ਾਂ ਨੇ ਫਿਰ ਇਹਦੇ ਲਈ ਟਾਈਮ ਕਿੱਥੇ ਇੰਨਾ ਜ਼ਿਆਦਾ ਜ਼ਿੰਦਗੀ ਦਾ ਸਪੈਨ ਤੇ ਬੜਾ ਛੋਟਾ ਜਿਹਾ ਸੋ ਇਸ ਸਭ ਦੇ ਵਿੱਚ ਦੇਖਿਆ ਜਾਏ ਤੇ ਜਿਹੜੀਆਂ ਸਾਡੀਆਂ ਜਿਵੇਂ ਦੇ ਅਸੀਂ ਫੈਸਲੇ ਲੈਂਦੇ ਆ ਉਹਦਾ ਅਸਰਾਰ ਸਾਡੇ ਜੀਵਨ ਤੇ ਪੈਂਦਾ ਸਾਹਿਬ ਨੇ ਕਿਹਾ ਕਿ ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਬਣੀ ਹੈ ਪਦਾਰਥਕ ਸੁਖ ਵੀ ਹੈ ਇਹ ਅਲਪ ਸੁਖ ਆ ਲੱਗਦਾ ਜ਼ਰੂਰ ਹੈ ਕੈਨੇਡਾ ਪਹੁੰਚ ਗਏ ਅਮਰੀਕਾ ਪਹੁੰਚ ਗਏ ਘਰ ਲੈ ਲਿਆ ਗੱਡੀ ਲੈ ਲਈ ਬੜੀ ਖੁਸ਼ੀ ਹੈ ਥੋੜੇ ਦਿਨਾਂ 'ਚ ਬੱਚੇ ਆਖੇ ਨਹੀਂ ਲੱਗਦੇ ਹੋਰ ਚੀਜ਼ਾਂ ਸਭ ਬਿਟਰਨੈਸ ਹੋ ਜਾਂਦੀ ਅਲਪ ਸੁਖ ਇਹ ਸੁਖ ਇਹ ਕੋਈ ਸਦੀਵੀ ਰਹਿਣ ਵਾਲੀਆਂ ਚੀਜ਼ਾਂ ਨਹੀਂ ਹੈਗੀਆਂ ਇਹ ਇਹੀ ਬੰਦੇ ਨੂੰ ਗੁਰਬਾਣੀ ਸਮਝਾ ਰਹੀ ਹੈ ਇਹ ਸਮਝ ਕੇ ਚੱਲ ਅਲਪ ਸੁਖ ਆ ਇਹ ਕਿਸੇ ਲੈਵਲ ਤੇ ਵੀ ਹੋਏਗਾ ਸੋ ਆਪਣੇ ਆਪ ਨੂੰ ਐਵੇਂ ਪਰੇਸ਼ਾਨ ਨਾ ਕਰੀ ਦੁਖੀ ਨਾ ਕਰੀ ਹਾਇਰ ਲੈਵਲ ਤੇ ਬਾਤ ਕੀਤੀ ਜਾਏ ਐਵੇਂ ਆਪਣੀ ਐਕਸਪਲੋਇਟੇਸ਼ਨ ਨਾ ਕਰਾਈ ਮੈਂ ਤੇ ਇੱਥੇ ਹੁਣ ਵਰਿਆਂ ਦੇ ਵਰੇ ਨਿਕਲ ਗਏ ਆਲਮੋਸਟ ਕਹਿ ਲਓ ਕਿ ਇੱਕ ਅੱਧੀ ਜ਼ਿੰਦਗੀ ਦਾ ਸਫ਼ਰ ਲੰਘ ਗਿਆ ਨਾਰਥ ਅਮਰੀਕਾ ਦੇ ਵਿੱਚ ਕੈਨੇਡਾ 'ਚ ਖਾਸ ਕਰਕੇ ਤੇ ਮੇਰਾ 3 ਸਾਲਾਂ ਦੇ 'ਚ ਦੇਖਣ 'ਚ ਆਇਆ ਕਿ ਇੰਨਾ ਇੱਥੇ ਸੁਪਰਸਟੀਸ਼ੀਅਸ ਐਕਸਰਸਾਈਜ਼ਸ ਨੇ ਪੰਡਤਾਂ ਦੀਆਂ ਓਝਿਆਂ ਦੀਆਂ ਜੋਤਸ਼ਾਂ ਦੀਆਂ ਤਵੀਤਾਂ ਦੀਆਂ ਧਾਗਿਆਂ ਦੀਆਂ ਸਭ ਇਤਨੀ ਜ਼ਿਆਦਾ ਆ ਕੋਈ ਅੰਦਾਜ਼ਾ ਵੀ ਨਹੀਂ ਲਾ ਸਕਦਾ ਮੈਂ ਮਤਲਬ ਅਰਾਊਂਡ 20-21 ਵਰੇ ਦੀ ਜ਼ਿੰਦਗੀ 'ਚ ਇੰਡੀਆ ਦੇ ਵਿੱਚ I never have that kind of experience over there. I got whole experience over here. ਇਹਦਾ ਕਾਰਨ ਕੀ ਹੈ ਲੋਕੀ ਉਹਨਾਂ ਧਾਗਿਆਂ ਤਵੀਤਾਂ ਮੰਤਰਾਂ ਜੰਤਰਾਂ ਇਹਨਾਂ ਸਭ ਦੇ ਨਾਲ ਉਹਨਾਂ ਸੁੱਖਾਂ ਨੂੰ ਬੰਨਣਾ ਚਾਹੁੰਦੇ ਨੇ
ਉਹਨਾਂ ਸਿਚੁਏਸ਼ਨਸ ਨੂੰ ਬੰਨਣਾ ਚਾਹੁੰਦੇ ਨੇ ਜਿਹੜੀਆਂ ਠਹਿਰਨਗੀਆਂ ਨਹੀਂ, ਰੁਕਣਗੀਆਂ ਨਹੀਂ। ਤੁਹਾਡੀ ਐਕਸਪੈਕਟੇਸ਼ਨ, ਤੁਸੀਂ ਸੋਚ ਰਹੇ ਹੋ ਐਵੇਂ ਹੋਏਗਾ, ਐਵੇਂ ਹੋਏਗਾ। ਅਲਪ ਸੁਖਿਆ ਸਭ ਕਹਿੰਦੇ ਸੰਗੀ ਕਰਤਾਰੀ ਨਿਜ਼ਾਮ ਦੇ ਵਿੱਚ ਉਹਦਾ ਨਾਮ ਆ, ਉਹਦੀ ਸੋਚ ਆ। ਆਪਣੇ ਆਪ ਨੂੰ ਬਿਲਕੁਲ ਕਲੀਅਰ ਰੱਖ। ਜਿੰਨਾ ਸੱਚ ਦੇ ਨੇੜੇ ਰਹੇਗਾ, ਸੱਚਿਆਰ ਹੋਏਗਾ, ਸੱਚਖੰਡ ਦਾ ਵਾਸੀ ਹੋ ਜਾਏਗਾ, ਸੁਖੀ ਹੋਏਗਾ। ਸੱਚ ਤੋਂ ਟੁੱਟੇਗਾ, ਝੂਠ ਪਾਲੇਗਾ, ਮਨ ਕਰਕੇ, ਖਿਆਲ ਕਰਕੇ, ਕਿਸੇ ਤਰੀਕੇ ਨਾਲ ਦੁਖੀ ਹੋਏਗਾ। ਬਸ ਇਹ ਹੈ। ਇੱਥੇ ਕਿਹਾ ਬਿਨਸ ਜਾਏ ਜੋ ਨਿਮਖ ਮੈਂ। ਇਹ ਬਿਨਸਣ ਵਾਲੀਆਂ ਚੀਜ਼ਾਂ, ਨਿਮਖ 'ਚ ਬਿਨਸ ਜਾਣੀ। ਇੱਕ ਪਲ ਦੇ ਵਿੱਚ ਲੋਕਾਂ ਦਾ ਮਤਲਬ, ਮਾਫੀ ਮੰਗਾ ਮੈਂ ਡਾਇਰੈਕਟਲੀ ਬਾਤ ਕਰ ਦਿੰਦਾ ਵਾਂ, ਬੜਾ ਵਧੀਆ ਚੱਲ ਰਿਹਾ, ਕੈਰੀਅਰ ਬਣ ਗਿਆ, ਜੌਬ ਮਿਲ ਗਈ ਹੈ, ਘਰ ਬਣ ਗਿਆ, ਸਰਮਾਇਆ ਬਣ ਗਿਆ, ਬੈਂਕ ਬੈਲੈਂਸ ਬਣ ਗਿਆ, ਪ੍ਰਾਪਰਟੀ ਬਣ ਗਈ, ਸਭ। ਇੱਕ ਦਿਨ ਆਇਆ, ਬੱਚੇ ਨੇ ਵਿਆਹ ਦਾ ਡਿਸੀਜਨ ਲੈ ਲਿਆ ਆਪਣੇ ਤੌਰ 'ਤੇ, ਸਾਰਾ ਕੁਛ ਓਵਰ, ਡਨ, ਅਲਪ ਸੁਖ, ਕੁਛ ਵੀ ਚੰਗਾ ਨਹੀਂ ਲੱਗਦਾ। ਨਾ ਹੁਣ ਉਹ ਕਾਰਾਂ ਚੰਗੀਆਂ ਲੱਗਦੀਆਂ ਨੇ, ਨਾ ਘਰ ਚੰਗਾ ਲੱਗਦਾ, ਨਾ ਮੁਲਕ ਚੰਗਾ ਲੱਗਦਾ, ਕੁਛ ਵੀ ਨਹੀਂ, ਅਲਪ ਸੁਖ ਬਣਿਆ। ਇਹ ਚੀਜ਼ਾਂ, ਮਾਫੀ ਚਾਹਾਂਗਾ, ਇਹ ਬਾਣੀ ਦਾ ਸੱਚ ਹੈ ਜਿਹੜਾ ਮੈਂ ਬਿਆਨ ਕਰ ਰਿਹਾ, ਸਿਰਫ ਐਗਜ਼ਾਮਪਲ ਦੇ ਰਿਹਾ ਵਿੱਚ। ਸ਼ੁਰੂਆਤੀ ਬਚਨ ਹੈ, ਜਹ ਜਹ ਪੇਖੋਂ ਤੈਂ ਹਜ਼ੂਰ ਦੂਰ ਕਤੋਂ ਨਾ ਜਾਏ। ਚਲੋ ਜਿਹੜੀ ਐਗਜ਼ਾਮਪਲ ਕਰ ਰਹੇ ਇਹਦੇ ਚੀਜ਼ ਲੈ ਆਵਾਂ, ਫਿਰ ਬੰਦਾ ਮੁਲਕ ਛੱਡ ਕੇ ਭੱਜੇ, ਉੱਥੇ ਚਲਾ ਜਾਏ ਜਿੱਥੋਂ ਆਇਆ ਹੈ। ਉੱਥੇ ਤੇ ਰੋਟੀ ਖਾਣ ਨੂੰ ਨਹੀਂ ਹੈਗੀ, ਉੱਥੇ ਤੇ ਬੰਦੇ ਦੇ ਕੋਲ ਮੁਯੱਸਰ ਨਹੀਂ ਕੁਛ ਵੀ, ਹਾਲਤ ਕਰਪਸ਼ਨ ਹੈ, ਹਰ ਚੀਜ਼ ਦੀ ਮੁਸ਼ਕਲ ਹੈ। ਸਾਹਿਬ ਨੇ ਬਿਆਨ ਕੀਤਾ, ਜਹ ਜਹ ਪੇਖੋਂ ਤੈਂ ਹਜ਼ੂਰ। ਰੱਬ ਹਰ ਥਾਂ ਤੇ ਮੌਜੂਦ ਹੈ। ਕਰਤਾਰ ਕਿਤੇ ਸਾਡੇ ਤੋਂ ਦੂਰ ਨਹੀਂ ਗਾ, ਜਿੱਥੇ ਜਿੱਥੇ ਤੁਸੀਂ ਧਿਆਨ ਦਿਓਗੇ ਉੱਥੇ ਹੀ ਮੌਜੂਦ ਹੈ। ਸਿਰਫ ਇਹ ਹੈ ਅਸੀਂ ਆਪਣੇ ਸਕੂਲ, ਆਪਣੀ ਵਿਚਾਰਧਾਰਾ, ਆਪਣੇ ਖਿਆਲ ਕਰਕੇ ਉਹ ਤੋਂ ਦੂਰ ਹੋ ਜਾਂਦੇ ਹਾਂ। ਜਹ ਜਹ ਪੇਖੋਂ ਤੈਂ ਹਜ਼ੂਰ ਦੂਰ ਕਤੋਂ ਨਾ ਜਾਈ। ਫਿਰ ਕਿਹਾ, ਸਭ ਕਹਿੰਦੇ ਰਵ ਰਹਿਆ ਸਰਬੱਤਰ ਮੈਂ ਮਨ ਸਦਾ ਤੇ ਆਈ। ਹੈ ਮਨਾ, ਸਰਬੱਤ ਸਭ ਵਿੱਚ ਰਵਿਆ ਹੋਇਆ ਹੈ। ਜੇ ਆਪਾਂ ਉਸ ਰਵੇ ਹੋਏ ਨੂੰ ਮਾਣਾਂਗੇ, ਆਪਣੇ ਅੰਦਰ ਵੇਖਾਂਗੇ, ਆਲੇ ਦੁਆਲੇ ਵਿੱਚ ਵੇਖਾਂਗੇ, ਤੇ ਆਪਣੀਆਂ ਜਿਹੜੀਆਂ, ਜਿਹਨੂੰ ਕਹਿ ਲਓ ਕਿ ਲੈਜੀਟੀਮੇਟ ਸੈਂਸੀਬਲ ਡਿਊਟੀਜ਼ ਨੇ, ਉਹਨਾਂ ਤੇ ਫੋਕਸ ਕਰਾਂਗੇ। ਸੁਖ ਮਨ ਭਾਉਂਦੀਆਂ ਸਥਿਤੀਆਂ ਲੱਭ ਲੱਭ ਕੇ ਨਹੀਂ ਪ੍ਰਾਪਤ ਕਰਨਾ ਚਾਹਾਂਗੇ, ਦੁਖੀ ਨਹੀਂ ਹੋਵਾਂਗੇ। ਰੱਬ ਯਾਦ ਰਹੇਗਾ, ਕਰਤਾਰ ਯਾਦ ਰਹੇਗਾ, ਕਾਲ ਤੇ ਅਕਾਲ ਚੇਤੇ ਰਹੇਗਾ। ਕਿਉਂਕਿ ਕਾਲ ਹੈ ਜਿਹਨੇ ਖਾ ਜਾਣਾ ਸਾਰਾ ਕੁਛ, ਅਕਾਲ ਹੈ ਜਿਹਦੇ ਵਿੱਚੋਂ ਆਇਆ, ਜਿਹਦੇ ਵਿੱਚ ਸਮਾ ਜਾਣਾ ਹੈ। ਇਸ ਲਈ ਬਿਲਕੁਲ ਸਿੱਧੇ ਰੂਪ ਵਿੱਚ ਆਪਣੇ, ਜਿੰਨਾ ਕੁ ਤੇਰੇ ਕੰਟਰੋਲ ਵਿੱਚ ਹੈ, ਜਿੰਨਾ ਕੁ ਤੇਰੇ ਹੱਥ ਵਿੱਚ ਹੈ, ਉਹਦੇ ਉੱਤੇ ਫੋਕਸ ਕਰਨਾ ਹੈ, ਉਹਨੂੰ ਹੀ ਸੁਧਾਰਨਾ ਹੈ, ਉਹਦੇ ਮੁਤਾਬਕ ਹੀ ਚੱਲਣਾ ਆ। ਇਹ ਸਭ ਜਿਹਦੀ ਮੈਂ ਬਾਤ ਕਰਨ ਦੀ ਟਰਾਈ ਕਰ ਰਿਹਾ, ਉਹਦੇ 'ਚ ਇਹ ਹੈ, ਸਿਮਰਨ ਹੈ ਜੀ। ਰੋਜ਼ ਕਰਨਾ ਆ, ਆਪਣੇ ਆਪ ਨੂੰ ਦੱਸਣਾ ਆ, ਮੈਂ ਕੌਣ ਆ, ਮੇਰਾ ਸਾਥੀ ਕੌਣ ਹੈ, ਸੰਸਾਰ ਦੇ ਵਿੱਚ ਮੇਰੇ ਕੀ ਫਰਜ਼ ਨੇ। ਇਹ ਸਾਰੀ ਬਾਣੀ ਹੈ, ਇਹੀ ਗੁਰੂ ਬਾਬਾ ਜੀ ਸਮਝਾ ਰਹੇ ਨੇ। ਸਭ ਕਹਿੰਦੇ ਸਮਝ ਆ ਗਿਆ, ਰਵ ਰਹਿਆ ਸਰਬੱਤਰ ਮੈਂ ਮਨ ਸਦਾ ਤੇ ਆਈ। ਹੈ ਮਨਾ, ਇਹਦੇ ਵੱਲ ਹਮੇਸ਼ਾ ਧਿਆਨ ਰੱਖੀ। ਫਿਰ ਕਿਆ ਪ੍ਰਤਪਾਲ ਅਪਿਆਓ ਦੇ ਕੁਛ ਊਣ ਨਾ ਹੋਏ। ਬਾਕੀ ਇਹ ਹੈ, ਉਹਦੇ ਵੱਲੋਂ ਕਮੀ ਕੋਈ ਨਹੀਂ, ਉਹ ਕੋਈ ਊਣਤਾ ਹੀ ਨਹੀਂ ਰੱਖਦਾ। ਪ੍ਰਤਪਾਲਦਾ ਆ, ਅਪਿਆਓ ਦੇ, ਖਾਣ ਪਾਣ ਰਹਿਣ ਸਹਿਣ ਸਭ ਕੁਛ ਉਹਨੇ ਮੁਯੱਸਰ ਕਰਾਇਆ ਹੈ। ਜਿਉ ਪਾਏ ਪਿੰਡ ਸਿੰਜਨ ਸਾਜਿਆ, ਦਿੱਤਾ ਪਹਿਨਣ ਖਾਣ, ਸਭ ਕੁਝ ਤੇ ਮੁਯੱਸਰ ਆ। ਇਹ ਸੰਸਾਰ ਚੱਲ ਰਿਹਾ ਸਾਰੇ ਰੂਪ ਦੇ ਵਿੱਚ, ਪਰ ਹਾਂ ਇਸ ਸਭ ਦੇ ਵਿੱਚ ਚੱਲਦਿਆਂ ਹੋਇਆਂ ਅਹਿਸਾਸ ਇਹ ਕਰਨਾ ਹੈ, ਮਤਲਬ ਸਾਨੂੰ, ਜਿਵੇਂ ਪਹਿਲਾਂ ਬੇਨਤੀ ਕੀਤੀ, ਬੰਦਾ ਫਿਕਰਾਂ ਦਾ ਮਾਰਿਆ ਆ, ਤੇ ਫਿਕਰਾਂ ਨੂੰ ਦੂਰ ਕਰਨ ਵਾਸਤੇ ਸਿਕਿਉਰਿਟੀ ਲੱਭਦਾ ਆ। ਤੇ ਸਿਕਿਉਰਿਟੀ ਜ਼ਿਆਦਾਤਰ ਇਹੀ ਹੁੰਦੀ ਹੈ, ਫੈਮਿਲੀ ਹੋਏ, ਫੈਮਿਲੀ ਲਾਈਫ ਹੋਏ, ਘਰ ਹੋਏ, ਪਰਿਵਾਰ ਹੋਏ, ਸਭ। ਤੇ ਫਿਰ ਉਹਦੇ ਨਾਲ ਇਤਨਾ ਜ਼ਿਆਦਾ ਐਸੋਸੀਏਟ ਹੋ ਜਾਂਦਾ ਹੈ, ਸੋਚਦਾ ਇਹੀ ਮੇਰੀ ਦੁਨੀਆ ਆ। ਬਾਬਾ ਜੀ ਕਹਿੰਦੇ ਬਿਲਕੁਲ ਸਮਝ, ਕੁਟੁੰਬ ਹੈ, ਕੁਟੁੰਬ ਦੇ ਵਿੱਚ ਸਭ ਕੁਝ ਰਹਿਣਾ, ਪਰ ਇਹ ਵੀ ਚੇਤੇ ਰੱਖੀ, ਇਹ ਕੁਟੁੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲ ਹੈ, ਸਾਥ ਤੇਰੇ ਚੱਲੇ ਨਾ ਹੀ ਤਿਸ ਨਾਲ, ਕਿਉਂ ਚਿਤ ਲਾਈ ਹੈ ਐਸਾ ਕੰਮ ਮੂਲ ਨਾ ਕੀਚਈ, ਚਿਤ ਅੰਤ ਪਛੋਤਾਈ ਹੈ। ਇਹੋ ਜਿਹਾ ਕੰਮ ਮੂਲੋਂ ਹੀ ਨਹੀਂ ਕਰਨਾ, ਜਿਹਦੇ 'ਚ ਬਾਅਦ 'ਚ ਪਛਤਾਵਾ ਆਏ। ਇਸ ਲਈ ਸਾਹਿਬ ਦਾ ਬਿਆਨ ਆਇਆ, ਉਹਦੇ ਤੇ ਧਿਆਨ ਦੇ, ਜਿਹੜਾ ਪ੍ਰਤਪਾਲਣ ਵਾਲਾ, ਅਪਿਆਓ ਦੇਣ ਵਾਲਾ ਹੈ। ਸਾਥ ਸਾਥ ਸੰਭਾਲਤਾ ਮੇਰਾ ਪ੍ਰਭੂ ਸੋਈ। ਇੱਕ ਇੱਕ ਸਵਾਸ ਸਾਨੂੰ ਸੰਭਾਲ ਰਿਹਾ ਉਹ ਪ੍ਰਭੂ ਅਕਾਲ ਪੁਰਖ ਵਾਹਿਗੁਰੂ। ਮੇਰੀ ਸੁਰਤ ਵਿੱਚੋਂ ਕਦੀ ਵਿਸਰੇ ਨਾ,
ਅਛਲ ਅਛੇਦ ਅਪਾਰ ਪ੍ਰਭ ਉੱਚਾ ਜਾ ਕਾ ਰੂਪ। ਬਾਕੀ ਉਹਨੂੰ ਛਲਿਆ ਨਹੀਂ ਜਾ ਸਕਦਾ, ਉਹਦੇ ਵਿੱਚ ਕੋਈ ਅਛੇਦ, ਕੋਈ ਛਿਦਰ ਨਹੀਂਗਾ, ਕਮੀ ਨਹੀਂ ਗੀ ਉਹਦੇ ਵਿੱਚ। ਅਪਾਰ, ਉਹ ਮੇਰੀ ਸੁਰਤ ਤੋਂ ਵੀ ਪਰੇ ਹੈ। ਪ੍ਰਭ ਉੱਚਾ ਜਾ ਕਾ ਰੂਪ, ਉਸ ਪ੍ਰਭੂ ਦਾ ਬੜਾ ਉੱਚਾ ਰੂਪ ਆ। ਜਪ ਜਪ ਕਰੇ ਆਨੰਦ ਜਨ ਅਚਰਜ ਅਨੂਪ। ਜਿਹੜੇ ਜਨ ਨੇ ਉਸ ਨੂੰ ਜਪਦੇ ਨੇ, ਆਰਾਧਦੇ ਨੇ, ਕਿਉਂਕਿ ਜਪਣਾ ਹੀ ਸਾਡੇ ਹਿੱਸੇ ਆਇਆ ਹੈ। ਉਹਦੇ ਰੂਪ ਨੂੰ ਅਚਰਜ ਕਿਹਾ ਹੈ, ਜਿਹੜਾ ਵਿਸਮਾਦ ਕਰ ਦੇਣ ਵਾਲਾ ਆ। ਇੱਕ ਬਲੀਵ ਸਿਸਟਮ ਗੁਰੂ ਸਾਹਿਬ ਇੱਥੇ ਦੇ ਰਹੇ ਨੇ ਸਾਨੂੰ। ਅਕਾਲ ਪੁਰਖ ਵਾਹਿਗੁਰੂ ਦਾ ਅਹਿਸਾਸ ਆਪਣੀ ਸੁਰਤ 'ਚ ਉਤਾਰ, ਆਪਣੇ ਜੀਵਨ ਨੂੰ ਉਹਨੂੰ ਸਮਰਪਿਤ ਹੋ ਕੇ ਜੀ। ਅਗਲਾ ਬਚਨ ਹੈ, ਸਾ ਮਤ ਦੇਹ ਦਿਆਲ ਪ੍ਰਭ ਜਿਤ ਤੁਮਹਿ ਆਰਾਧਾਂ। ਸਾ ਮਤ ਦੇ, ਮਤ ਮੰਗੀ ਜਾ ਰਹੀ ਇਹਦੇ 'ਚ, ਕਿਉਂਕਿ ਮਤ ਨਹੀਂ ਚਲਾਉਣਾ ਆ। ਅਲਟੀਮੇਟਲੀ ਤੇ ਜਿਹੋ ਜਿਹੀ ਸੋਝੀ ਹੈ, ਜਿਹੋ ਜਿਹਾ ਅੰਦਰ ਖਿਆਲ ਪਿਆ ਆ, ਉਸੇ ਨੇ ਹੀ ਲੀਡ ਕਰਨਾ ਆ। ਸੋ ਇਸ ਕਰਕੇ ਹੇ ਰੱਬ ਜੀ, ਇਹੋ ਜਿਹਾ ਖਿਆਲ ਦੇ, ਇਹੋ ਜਿਹੀ ਮਤ ਦੇ। ਸਾ ਮਤ ਦੇਹ ਦਿਆਲ ਪ੍ਰਭ ਜਿਤ ਤੁਮਹਿ ਆਰਾਧਾਂ। ਵੈਸੇ ਬੰਦੇ ਦੀ ਆਰਾਧਨਾ ਸੰਸਾਰ ਹੈ, ਨਿਰੰਕਾਰ ਨਹੀਂ ਹੈਗਾ। ਜਿਹੜੀ ਚੀਜ਼ ਦਾ ਸਿਮਰਨ ਲਗਾਤਾਰ ਅੰਦਰ ਚੱਲਦਾ, ਉਹ ਸਾਡੀ ਆਰਾਧਨਾ ਆ। ਬੰਦਾ ਘਰ ਦੇ ਵਿੱਚ ਰਹਿੰਦਾ ਹੈ, ਬੰਦਾ ਘਰ ਵਿੱਚ ਇਕੱਲਾ ਨਹੀਂ ਰਹਿੰਦਾ, ਘਰ ਉਹਦੇ ਮਨ ਵਿੱਚ ਰਹਿੰਦਾ ਹੈ ਹਰ ਵਕਤ। ਬਸ ਜਿੰਨੀ ਵੱਡੀ ਪ੍ਰਾਪਰਟੀ ਹੈ, ਬਿਜ਼ਨਸ ਹੈ, ਕਾਰੋਬਾਰ ਹੈ, ਕੁਛ ਚੀਜ਼ ਹੈ, ਉਹਦਾ ਹੀ ਸਿਮਰਨ ਸਵੇਰ ਤੋਂ ਸ਼ਾਮ ਤੱਕ ਚੱਲਦਾ ਹੈ, ਸਵੇਰ ਤੋਂ ਸ਼ਾਮ ਤੱਕ। ਜੇ ਟੱਬਰ ਹੈ, ਪਰਿਵਾਰ ਹੈ, ਉਹ ਹੀ ਚੱਲੀ ਜਾ ਰਿਹਾ ਅੰਦਰ, ਉਹ ਹੀ ਚੱਲੀ ਜਾ ਰਿਹਾ। ਫਿਰ ਕਿਉਂ ਨਾ ਦੁਖੀ ਹੋਏਗਾ ਬੰਦਾ। ਚੀਜ਼ਾਂ ਮਾੜੀਆਂ ਮੋਟੀਆਂ ਵਿਗੜਨਗੀਆਂ, ਟੁੱਟਣਗੀਆਂ, ਚੀਜ਼ਾਂ ਹੋਣਗੀਆਂ, ਬੰਦੇ ਨੂੰ ਗਸ਼ ਪੈਣਗੇ। ਇਹ ਸਭ ਚੀਜ਼ਾਂ, ਇਹੀ ਆਰਾਧਨਾ ਇਹਦੀ ਚੱਲ ਰਹੀ ਹੈ। ਜੇ ਆਰਾਧਨਾ ਇਹਦੀ ਨਹੀਂ ਹੋਏਗੀ, ਪਤਾ ਰਹੇਗਾ ਇਹ ਤੇ ਸਿਰਫ ਵਕਤੀ ਤੌਰ 'ਤੇ ਫਰਜ਼ ਨੇ, ਨਿਭਾ ਰਿਹਾ ਵਾਂ। ਬਾਕੀ ਜੋ ਕਰਤਾਰ ਨੂੰ ਪਾਵੇ, ਆਰਾਧਨਾ ਉਹਦੀ ਹੋਏ, ਫਿਰ ਇਹ ਚੀਜ਼ਾਂ ਦੁੱਖ ਹੀ ਨਹੀਂ ਹੋਣ ਕਰਨਗੀਆਂ, ਫਿਰ ਦੁੱਖ ਨਹੀਂ ਆਏਗਾ। ਫਿਰ ਇਹਨਾਂ ਨਾਲ ਸੰਗ ਵੀ ਬਿਲਕੁਲ ਉਸੇ ਤਰੀਕੇ ਦਾ ਹੋਏਗਾ ਜਿਵੇਂ ਦਾ ਮਦਰ ਨੇਚਰ ਨੇ ਲਿਮਟਿਡ ਕਰਕੇ ਬਣਾਇਆ ਆ। ਫਿਰ ਬਹੁਤ ਜ਼ਿਆਦਾ ਬੰਦਾ ਮੋਹ ਵਿੱਚ, ਉਸ ਵਾਵਲੇਵੇ 'ਚ ਨਹੀਂ ਪਏਗਾ। ਉਸ ਦੀ ਬਾਤ ਕੀਤੀ, ਇਹੋ ਜਿਹੀ ਮਤ ਦੇ ਜੇ ਤੁਮੇ ਆਰਾਧਾਂ। ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾਂ। ਨਾਨਕ ਕਿਸ ਚੱਲ ਦੀ ਦਾਤ ਮੰਗ ਰਿਹਾ ਹੈ। ਰੇਨ ਪਗ ਸਾਧਾਂ, ਰੇਨ ਪਗ ਸਾਧਾਂ, ਰੇਨ ਚਰਨਾਂ ਦੀ ਧੂੜ, ਪੈਰਾਂ ਦੀ ਧੂੜ ਹੋ ਜਾਣਾ, ਸਾਧ ਜਨਾਂ ਦੀ। ਇਹ ਹਲੀਮੀ ਹੈ, ਹੰਬਲਨੈਸ, ਇੰਤਹਾ ਦੀ ਹਲੀਮੀ। ਦੇਖੋ, ਸਿੱਖ ਹੋਣਾ ਬੜਾ ਔਖਾ ਕੰਮ ਹੈ, ਮਾਫੀ ਚਾਹਾਂਗਾ ਮੈਂ, ਕਿਉਂਕਿ ਸਿੱਖ ਹੋਣ ਲਈ ਜੇ ਕੁਝ ਸਿੱਖਣਾ ਹੈ ਤਾਂ ਪਹਿਲਾਂ ਇਹ ਸਮਝਣਾ ਪਏਗਾ ਮੈਨੂੰ ਕੁਝ ਨਹੀਂ ਪਤਾ, ਤਾਂ ਹੀ ਸਿੱਖਾਂਗੇ। ਬੱਚਾ ਕਲਾਸ ਵਿੱਚ ਜਾ ਰਿਹਾ ਤੇ ਉਹ ਇਹ ਪਹਿਲਾਂ ਸਮਝ ਕੇ ਚੱਲੇ ਵੀ ਆਈ ਨੋ, ਬਸ ਕਿੱਥੋਂ ਸਿੱਖ ਲੇਗਾ। ਜਿੱਥੇ ਬਾਤ ਹੋਏਗੀ ਕਿ ਲੈ ਜੋ ਦੱਸ ਰਿਹਾ ਤੇ ਮੈਨੂੰ ਪਹਿਲੇ ਮੈਂ ਜਾਣਨਾ ਚੰਗੀ ਤਰ੍ਹਾਂ, ਮੈਨੂੰ ਤਾਂ ਪਤਾ ਹੈ। ਸਾਡੀ ਸੰਗਤ ਖਾਸ ਕਰਕੇ ਕਿਉਂ ਟੁੱਟ ਗਈ ਬਹੁਤ ਜ਼ਿਆਦਾ ਗੁਰਮਤਿ ਆਸ਼ੇ ਵਿੱਚ, ਤੁਸੀਂ ਦੇਖੋਗੇ, ਕਿਉਂਕਿ ਬੰਦੇ 'ਚ ਇੱਕ ਫੇਕ ਕੌਨਫੀਡੈਂਸ ਆ ਗਿਆ ਹੈ। ਜਿਹੜੀ ਵੈਸਟਰਨ ਐਜੂਕੇਸ਼ਨ ਆ ਨਾ, ਨੋ ਡਾਊਟ ਇਹ ਬੰਦੇ ਨੂੰ ਬਹੁਤ ਕਾਬਲ ਬਣਾ ਦਿੰਦੀ ਹੈ। ਮਤਲਬ ਜਿਹੜੀ ਉਹਦੀ ਕੈਪੇਬਿਲਿਟੀ ਕਾਫੀ ਵਧਾ ਦਿੰਦੀ ਹੈ, ਪਦਾਰਥ ਕਮਾਉਣ ਦੀ, ਪਦਾਰਥ ਨੂੰ ਸੰਭਾਲ ਸਕਣ ਦੀ, ਚਲਾਉਣ ਦੀ, ਸਭ ਚੀਜ਼ਾਂ ਦੇ ਵਿੱਚ। ਪਰ ਇੱਕ ਐਟੀਟਿਊਡ ਵੀ ਬਿਲਡ ਕਰ ਦਿੰਦੀ ਹੈ, ਆਈ ਨੋ ਐਵਰੀਥਿੰਗ। ਅੱਜ ਜਿਸ ਸਮੇਂ 'ਚ ਜੀ ਰਹੇ ਹਾਂ, ਤੁਸੀਂ ਦੇਖੋਗੇ ਬੱਚਿਆਂ ਲਈ ਮਾਂ-ਬਾਪ, ਟੀਚਰ, ਦੇ ਆਰ ਨੋਟ ਕ੍ਰੈਡੀਬਲ ਸੋਰਸਿਸ। ਨੋ 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 ਨੋ, ਉਹਨਾਂ ਨੂੰ ਕ੍ਰੈਡੀਬਲ ਸੋਰਸ ਨਹੀਂ ਮੰਨਦੇ। ਈਵਨ ਡਾਕਟਰ ਕੋਲੋਂ ਬੱਚਾ ਦਵਾਈ ਲੈਣ ਜਾਂਦਾ, ਮੈਂ ਤੇ ਰੋਜ਼ ਮੈਂਟਲ ਹੈਲਥ ਦੇਖਦਾ ਆ। ਪ੍ਰੋਬਲਮ ਇਹ ਹੈ ਸਟ੍ਰੈਸ ਆ, ਐਂਗਜ਼ਾਇਟੀ ਹੈ, ਕੋਈ ADD, ADHD, ਕੋਈ ਕਿਸੇ ਕਿਸਮ ਦਾ ਡਿਸਆਰਡਰ, ਇਹ ਸਭ ਚੀਜ਼ਾਂ ਆ ਰਹੀਆਂ ਉਸ ਤਰੀਕੇ ਨਾਲ। ਅਤੇ ਮੈਡੀਕਲ ਪ੍ਰੋਫੈਸ਼ਨਲ ਜਿਹੜਾ ਉਹਨੇ ਮੈਡੀਸਨ ਦੇ ਦਿੱਤੀ। ਬੱਚੇ ਨੇ ਮੈਡੀਸਨ ਖਾਣੀ ਕਿੱਥੇ ਹੈ, ਉਹਨੇ ਗੂਗਲ ਕਰਨਾ, ਉਹਦੇ ਦੇਖਣਾ ਅੱਛਾ ਸਾਈਡ ਇਫੈਕਟ ਨੇ, ਆ ਨੇ, ਆ ਨੇ, ਆ ਨੇ, ਆ ਨੇ, ਆ ਨੇ, ਸਾਰਾ ਕੁਛ। ਉਹ ਦਵਾਈ ਪਈ ਰਹਿਣੀ ਹਫ਼ਤਾ, 2 ਹਫ਼ਤੇ, 4 ਹਫ਼ਤੇ, ਫਿਰ ਦੁਬਾਰਾ ਅਪਾਇੰਟਮੈਂਟ ਗਿਆ ਵਾਪਸ, ਹਾਂ ਬਈ ਉਹ ਦਵਾਈ, ਨੋ ਨੋ ਆਈ ਡਿਡਨਟ ਟੇਕ ਇਟ, ਵਾਈ, ਬਿਕੋਜ਼ ਇਟਸ ਸਿਟਿੰਗ ਓਵਰ ਦੇਅਰ। ਅਜੀਬ ਹਾਲਤ ਹੈ, ਹੋਰ ਹਾਲਤ ਖਰਾਬ ਹੋ ਗਈ। ਕੋਈ ਸਟ੍ਰੈਟਜੀ ਗਈ ਬੱਚੇ ਨੂੰ, ਕੋਈ ਕਿਹਾ ਗਿਆ ਓਕੇ ਤੂੰ ਨਾ ਆ ਕੋਪਿੰਗ ਮਕੈਨਿਜ਼ਮ ਆਹ ਵਾਲਾ ਅਡਾਪਟ ਕਰ ਲੈ, ਅਡਾਪਟ ਕਰ ਲੈ, ਗੂਗਲ ਕਰ ਲਓ, ਇਸ ਤਰ੍ਹਾਂ ਕਰ ਲਓ, ਇਸ ਤਰ੍ਹਾਂ ਕਰ ਲਓ। ਮਤਲਬ ਬੰਦੇ ਇਹੀ ਚੀਜ਼ ਆ, ਇਹ ਐਟੀਟਿਊਡ ਹੀ ਬੰਦੇ ਨੂੰ ਮਾਰ ਰਿਹਾ। ਜੇ ਤੁਸੀਂ ਕਿਸੇ ਚੀਜ਼ ਦੇ ਫੋਲੋਵਰ ਹੀ ਨਹੀਂ ਹੋਵੋਗੇ, ਡਿਸਾਈਪਲ ਹੀ ਨਹੀਂ ਬਣੋਗੇ, ਹੋਏਗਾ ਕੀ? ਜਿਹਨੂੰ ਸਰਲ ਕਰਕੇ ਕਹਾ, ਗੁਰੂ ਅੰਗਦ ਸਾਹਿਬ ਜਿਸ ਦਿਨ ਗੁਰੂ ਨਾਨਕ ਸਾਹਿਬ ਕੋਲ ਆਏ, ਗੁਰੂ ਅੰਗਦ ਸਾਹਿਬ ਕੋਈ ਮਤਲਬ ਕਿਹਾ ਜਾ ਕਿ ਬਹੁਤੀ ਉਹਨਾਂ ਨੂੰ ਅਕਲ ਨਹੀਂ ਸੀ ਹੈਗੀ। ਕਮਾਲ ਹੈ,
एडे हाईली इंटलैक्चुअल परसनैलिटी सीगे कि जिन्हां बारे अंदाज़ा नहीं लाया जा सकता। जो गुरु कोल आए तो गुरु दे नाल की करते हैं, वो काम करते जिहदे बारे उन्होंने खुद नूं पता भी नहीं किसी चीज़ बारे। झोना लगा तो झोने दे विचों जिहड़ा हैगा जिन्हों पैस कहने असी घाह पट रहे हैं, कदी पट्टिया ही नहीं। नौकर चाकर ने घरां थावां दे विच हट्टी कार करन वाले बंदे ने मतलब अज दा क्या जाए तो उन्हां दा काम जिहड़ा आ एक तरह दा ड्राफ्टिंग करन दा सीगा, अकाउंटेंट दे तौर ते राइटिंग्स करन दा इहो जिहा काम तां करदे सीगे। ते उत्थे झोना पटदे, झोने च घाह पटदे, पैस्ट जिहड़ा हैगा वो पटदे पैडी दे विचों, ते ओह पैस्ट पट्टन दी बजाय पैडी पट्टी जांदे ने, पता ही नहीं। गुरु साहब कहंदे ਉਹ ਲੈਣਾ ਜੀ ਇਹ ਕੀ ਕਰ ਰਹੇ ਹੋ, ਇਹ ਤਾਂ ਸਾਰੀ ਦੁਨੀਆ ਕਰ ਰਹੀ ਹੈ, ਇਹ ਤਾਂ ਨਹੀਂ ਕਰਨਾ ਆਪਾਂ। ਜਿਹੜੀ ਚੀਜ਼ ਰੱਖਣੀ ਉਹ ਪੱਟੀ ਜਾ ਰਹੇ, ਜਿਹੜੀ ਚੀਜ਼ ਪੱਟਣੀ ਉਹ ਰੱਖੀ ਜਾ ਰਹੇ ਹੋ। ਆ ਝੋਨਾ ਰੱਖਣਾ ਆ, ਘਾਹ ਪੱਟਣਾ ਆ, ਹਰ ਚੀਜ਼ ਸਿੱਖਿਆਦਾਇਕ ਆ। ਪਰ ਇਹ ਹੈ ਰੇਣ ਪਗ ਸਾਧਾ। ਜਿੰਨੀ ਦੇਰ ਤੱਕ ਬੰਦਾ ਇਹ ਆਪਣੇ ਅੰਦਰ ਇਹ ਮਤਲਬ ਇੱਕ ਵਿਹਾਰ, ਇੱਕ ਬਿਹੇਵੀਅਰ ਐਸਾ ਅਡਾਪਟ ਨਹੀਂ ਕਰਦਾ ਐਜ਼ ਏ ਲਰਨਰ, ਉਹਨੂੰ ਕੁਛ ਨਹੀਂ ਮਿਲੇਗਾ। ਸਿੱਖੀ 'ਚ ਇਹੀ ਹੈ। ਇਸੇ ਲਈ ਮੱਥਾ ਟੇਕਣਾ ਆ, ਇਸੇ ਲਈ ਥੱਲੇ ਬਹਿਣਾ ਆ, ਇਸੇ ਲਈ ਹਲੀਮੀ ਹੈ, ਹੱਥ ਜੋੜਨੇ ਨੇ। ਇਹ ਰੇਨ ਪਗ ਸਾਧਾ ਆ। ਇਹਦੇ ਨਾਲ ਹੀ ਬੰਦੇ ਨੂੰ ਕੁਝ ਥੋੜ੍ਹੀ ਬਹੁਤ ਸਿੱਖਿਆ ਆਉਂਦੀ ਹੈ ਤੇ ਇਹ ਚੀਜ਼ ਸੁਰਤ 'ਚ ਉਤਰਦੀ ਹੈ। ਖੈਰ ਦੂਸਰੇ ਦੋ ਆਪ ਨੇ ਜੋ ਪਦੇ ਸਰਵਨ ਕੀਤੇ 12ਵਾਂ ਰਚਨਾ ਦੇ ਵਿੱਚੋਂ ਮਾਝ ਰਾਗ ਦਾ ਇਹ ਸੰਦੇਸ਼ ਹੈ, ਗੁਰੂ ਅਰਜਨ ਸਾਹਿਬ ਇਹਨੂੰ ਉਚਰਿਤ ਕਰ ਰਹੇ ਨੇ। ਸ਼ਾਮ ਨੂੰ ਬਾਤ ਡਿਟੇਲ 'ਚ ਕਰਾਂਗੇ, ਨਵੇਂ ਵਰੇ ਬਾਰੇ ਵੀ ਬਾਤ ਪਾਵਾਂਗੇ ਸ਼ਾਮ ਨੂੰ। ਪਰ ਇੱਥੇ ਹੁਣ ਜਿਹੜਾ ਹੈ ਇਹਦੀ ਸ਼ੁਰੂਆਤ ਹੁੰਦੀ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ ਰਾਮ। ਮਤਲਬ ਬੰਦੇ ਦਾ ਵਿਛੋੜਾ, ਜਿਹੜਾ ਪਹਿਲਾ ਸ਼ਬਦ ਅਸੀਂ ਪੜ੍ਹ ਰਹੇ ਸੀਗੇ, ਈਤ ਊਤ ਨਹੀਂ ਵਿਛੁੜਾ ਸੋ ਸੰਗੀ ਗਣੀਏ। ਜਿੱਦੇ ਤੋਂ ਕਦੀ ਵਿਛੜਿਆ ਨਹੀਂ ਜਾ ਸਕਦਾ ਉਹਨੂੰ ਸੰਗੀ ਗਣੋ, ਤੇ ਜੇ ਵਿਛੜਿਆ ਨਹੀਂ ਜਾ ਸਕਦਾ ਤਾਂ ਫਿਰ ਵਿਛੜ ਕਿਵੇਂ ਗਏ ਉਹਦੇ ਤੋਂ? ਜਿਹੜੀ ਚੀਜ਼ ਤੋਂ ਦੂਰੀ ਹੋ ਹੀ ਨਹੀਂ ਸਕਦੀ, ਜਿਹਨੂੰ ਅੱਜ ਦਾ ਸਾਡਾ ਹਾਈਐਸਟ ਐਕਚੁਅਲੀ ਇੰਟਲੈਕਚੁਅਲ ਜਿਹੜਾ ਸਾਇੰਟਿਸਟ ਹੈਗਾ ਸਟੀਫਨ ਹਾਕਿੰਗਸ, ਉਹ ਕਹਿੰਦਾ ਈਚ ਸੈੱਲ ਆਫ ਆਵਰ ਬੋਡੀਜ਼ ਕੈਰਿੰਗ ਗੋਡਲੀ ਪਾਰਟੀਕਲ ਐਬਿਲਿਟੀ। ਸਾਡੇ ਹਰ ਇੱਕ ਸੈੱਲ ਦੇ ਵਿੱਚ ਉਹ ਜਿਹੜੀ ਜੀਵਨ ਦੇਣ ਦੀ ਸ਼ਕਤੀ ਹੈ, ਜਿਹਨੂੰ ਰੱਬ ਕਹਿ ਲਓ, ਉਹ ਮੌਜੂਦ ਆ। ਅਸੀਂ ਉਹ ਤੋਂ ਕਦੀ ਵਿਸਾਰ ਹੀ ਨਹੀਂ ਸਕਦੇ, ਅਸੀਂ ਕਦੇ ਤੋਂ ਦੂਰ ਜਾ ਹੀ ਨਹੀਂ ਸਕਦੇ। ਫਿਰ ਦੂਰ ਕਿਵੇਂ ਹੋ ਗਏ? ਅਸਲ ਤਨ ਕਰਕੇ, ਸਰੀਰ ਕਰਕੇ, ਰੇਸ਼ਿਆਂ ਕਰਕੇ, ਜ਼ਰਿਆਂ ਕਰਕੇ, ਇਹਦੇ ਕਰਕੇ ਦੂਰੀ ਨਹੀਂ ਗਈ। ਇਹ ਦੂਰੀ ਸੋਚ ਕਰਕੇ ਹੈ, ਖਿਆਲ ਕਰਕੇ ਹੈ, ਜ਼ਹਿਨ ਕਰਕੇ ਹੈ। ਆਪੇ ਵੀ ਦੇਖੋ ਘਰਾਂ ਦੇ ਵਿੱਚ ਇਕੱਠੇ ਰਹਿੰਦੇ, ਮੈਂ ਤਾਂ ਇਹੋ ਜਿਹੇ ਦੇਖਦਾ ਪਰਿਵਾਰ 20-20 ਸਾਲ, 25-25 ਸਾਲ, 30-30, 40-40 ਸਾਲ ਦੀ ਜ਼ਿੰਦਗੀ ਜੀ ਲਈ ਹਸਬੈਂਡ ਵਾਈਫ ਨੇ ਇਕੱਠੀ। ਤੁਸੀਂ 2 ਮਿੰਟ ਗੱਲ ਕਰੋ, ਪਤਾ ਲੱਗੇਗਾ ਦੋਵੇਂ ਇੱਕ ਦੂਜੇ ਤੋਂ ਪੂਰੀ ਤਰ੍ਹਾਂ ਅਣਜਾਣ ਨੇ, ਇੱਕ ਦੂਜੇ ਦੇ ਬਾਰੇ ਕੋਈ ਸਾਂਝ ਨਹੀਂ ਹੈ। ਅਜੀਬ ਤਰ੍ਹਾਂ ਦਾ ਵਿਛੋੜਾ ਦੋਵਾਂ ਦੇ ਵਿੱਚ। ਇਹ ਕੀ ਹੈ? ਇੱਕ ਜਗ੍ਹਾ ਤੇ ਰਹਿੰਦਿਆਂ ਹੋਇਆ ਕੋਈ ਸਾਂਝ ਨਹੀਂ ਹੈਗੀ। ਵਿਛੋੜਾ ਫਿਜ਼ੀਕਲ ਸਾਈਡ ਤੋਂ ਨਹੀਂ ਹੁੰਦਾ, ਸਾਈਕੋਲੋਜੀਕਲ ਹੈ ਤੇ ਸਪਿਰਿਚੁਅਲ ਤੇ ਇਸ ਤੋਂ ਵੀ ਖਤਰਨਾਕ ਹੈ, ਜਿੱਥੇ ਬੰਦੇ ਦੀ ਸੋਚ ਦਾ ਲੈਵਲ ਹੀ ਨਹੀਂ ਹੈਗਾ। ਸਾਹਿਬ ਕਹਿੰਦੇ ਇਹੋ ਜਿਹੇ ਕਰਮ ਕੀਤੇ, ਇਹੋ ਜਿਹੇ ਅਮਲ ਕੀਤੇ, ਇਹੋ ਜਿਹਾ ਜੀਵਨ ਜੀਣ ਦਾ ਢੰਗ ਤਰੀਕਾ ਅਪਣਾ ਲਿਆ, ਇਹ ਕਰਤਾਰ ਤੇਰੇ ਤੋਂ ਵਿਛੋੜਾ ਪੈਂਦਾ ਲੱਗਾ ਗਿਆ, ਪੈਂਦਾ ਜਨਮਾਂਤਰਾਂ ਤੋਂ ਅੱਜ ਤੇ ਬਹੁਤ ਦੂਰ ਆ ਗਏ। ਕਿਰਤ ਕਰਮ ਕੇ ਵਿਛੋੜੇ, ਇਹ ਵਿਛੋੜੇ ਦੀ ਬਾਤ ਹੋ ਰਹੀ ਹੈ। ਅਗਲੇ ਸਾਰੇ ਪਦੇ 'ਚ ਦੀ ਬਾਤ ਹੋਏਗੀ। ਹੁਣ ਸਿਰਫ ਚੇਤ ਮਹੀਨੇ ਵਾਲੇ ਤੇ ਆ ਜਾਈਏ। ਚੇਤ ਗੋਵਿੰਦ ਆਰਾਧਿਆ ਹੋਵੇ ਆਨੰਦ ਕਣਾ। ਜੇ ਤੁਸੀਂ ਚੇਤ ਦਾ ਮਤਲਬ ਚੇਤੇ ਕਰਨਾ ਵੀ ਹੈ, ਯਾਦ ਕਰਨਾ। ਆਰਾਧਨ ਦਾ ਮਤਲਬ ਹੀ ਇਹੋ ਹੀ ਹੈਗਾ। ਗੁਰੂ ਸਾਹਿਬ ਨੇ ਸਿਨੋਨਿਮ ਯੂਜ਼ ਕੀਤੇ ਨੇ, ਮਤਲਬ ਚੋਇਸਿਸ ਸ਼ਬਦਾਂ ਦੀਆਂ ਵੱਖਰੀਆਂ ਵੱਖਰੀਆਂ ਲਿਆਂਦੀਆਂ ਨੇ ਤਾਂ ਕਿ ਸਾਨੂੰ ਬਾਤ ਪਕੜੇ ਜਾ ਸਕੇ। ਲੈਂਗੁਏਜ ਜਿਹੜੀ ਹੁੰਦੀ ਹੈ ਨਾ, ਇਹੀ ਸਾਡੇ ਅੰਦਰ ਦੀ ਦੁਨੀਆ ਦਾ ਗਿਆਨ ਦੇਣ ਦਾ ਤੇ ਗਿਆਨ ਲੈਣ ਦਾ ਸੋਰਸ ਆ। ਇਹ ਜਿਤਨੀ ਸਫਿਸਟੀਕੇਟਡ ਹੋਏਗੀ, ਜਿਤਨੀ ਇਹ ਵਧੀਆ ਹੋਏਗੀ, ਜਿੰਨੀ ਇਹਦੇ 'ਚ ਵੰਨਗੀ ਹੋਏਗੀ, ਵੈਰਾਈਟੀ ਹੋਏਗੀ, ਓਨਾ ਸਾਨੂੰ ਥਾਟ ਸਮਝ ਆਏਗਾ। ਜਦੋਂ ਆਪਾਂ ਇੰਗਲਿਸ਼ ਲੈਂਗੁਏਜ 'ਚ ਗੱਲ ਕਰਦੇ ਹੈਗੇ ਆ, ਐਂਡ ਇਨ ਦਿਸ ਲੈਂਗੁਏਜ
we have very actually, you can say, narrow or very small type of word choices. So that's why people, most of the time, people are not able to get engaged with this language. Especially ਜਦੋਂ ਗੁਰਬਾਣੀ ਦੀ ਗੱਲ ਕਰਦੇ ਆ, ਜਦੋਂ ਅਸੀਂ ਗੁਰਬਾਣੀ ਆ ਗੁਰਮੁਖੀ ਦੀ ਬਾਤ ਕਰਦੇ ਆ, ਇਹਦੇ 'ਚ ਫਿਰ ਬੜੀ ਵੈਰਾਈਟੀ ਆ ਜਾਂਦੀ ਹੈ। ਇੱਕੋ ਗੱਲ ਨੂੰ ਕਈ ਮਤਲਬ ਕੰਨਾਂ ਨੂੰ ਚੰਗੀ ਲੱਗਦੀ, ਕੰਨ ਸੋਚਦਾ ਨਵਾਂ ਸ਼ਬਦ ਹੈ, ਇਹਨੂੰ ਪਕੜ, ਉਹ ਸਾਰਾ ਗੱਲ ਇੱਕ ਹੀ ਹੈ, ਲਫ਼ਜ਼ ਵੱਖਰੇ ਵੱਖਰੇ ਆ ਰਹੇ ਨੇ, ਉਹਦਾ ਮੰਥਨ ਹੋ ਜਾਂਦਾ, ਸਿਮਰਨ ਹੋ ਜਾਂਦਾ। ਕਈ ਵਾਰ ਲੋਕ ਇਹ ਵੀ ਕਹਿਣਗੇ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਤੇ ਸਾਰੀ ਗੱਲ ਕੀਤੀ ਗੁਰੂ ਸਾਹਿਬ ਨੇ, ਬਿਲਕੁਲ ਮੂਲ ਮੰਤਰ ਹੀ ਹੈ ਸਾਰਾ। ਫਿਰ ਏਡਾ ਵੱਡਾ ਗ੍ਰੰਥ ਲਿਖਤਾ, ਇਸ ਕਰਕੇ ਲਿਖਤਾ ਕਿ ਅਸੀਂ ਕਿਊਰੀਅਸ ਹੋ ਕੇ ਮਤਲਬ ਉਸ ਚੀਜ਼ ਨੂੰ ਕੁਰੇਦਾਂਗੇ, ਲੱਭਾਂਗੇ, ਕਰਦਿਆਂ ਸੇਮ ਚੀਜ਼ ਦਾ ਸਿਮਰਨ ਵੱਖਰੇ ਤਰੀਕੇ ਨਾਲ ਹੁੰਦਾ ਲਗਾ ਜਾਏਗਾ, ਚੀਜ਼ ਪੱਕੀ ਹੋ ਜਾਏਗੀ ਅੰਦਰ। ਆ ਰੂਪ ਆ ਚੇਤ ਗੋਬਿੰਦ ਆਰਾਧਿਆ ਹੋਵੇ ਆਨੰਦ ਕਣਾ, ਜੇ ਚੇਤੇ ਕਰੇਗਾ, ਆਰਾਧਨ ਕਰੇਗਾ, ਘਣੇ ਆਨੰਦ ਤੱਕ ਪਹੁੰਚ ਜਾਏਗਾ। ਇੰਨਾ ਆਨੰਦ ਜਿਹਦੀ ਕੋਈ ਐਗਜ਼ਾਮਪਲ, ਘਣੇ ਦਾ ਮਤਲਬ ਹੀ ਹੁੰਦਾ ਇਹਨੂੰ ਨਾਪਿਆ ਤੋਲਿਆ ਨਾ ਜਾ ਸਕਦਾ ਹੋਏ, ਉਹਦੀ ਬਾਤ ਕੀਤੀ। ਹੋਵੇ ਆਨੰਦ ਕਣਾ ਸਾਹਿਬ ਕਹਿੰਦੇ ਕਿ ਸੰਤ ਜਨਾ ਮਿਲ ਪਾਈ ਹੈ ਰਸਨਾ ਨਾਮ ਬਣਾ। ਫਿਰ ਦੁਬਾਰਾ ਸੇਮ ਚੀਜ਼, ਸੰਤ ਜਨਾ ਮਿਲ ਪਾਈ ਹੈ, ਸੰਤ ਜਨਾਂ ਦੇ ਨਾਲ ਮਿਲ ਕੇ ਚੀਜ਼ ਪ੍ਰਾਪਤ ਹੋ ਸਕਦੀ ਹੈ। ਇਹਨੂੰ ਇਸ ਤਰ੍ਹਾਂ ਅਹਿਸਾਸ ਨਾ ਕਿ ਜਿਹੜੀ ਸ਼ੈਡੋਇੰਗ ਆ ਬੰਦੇ ਦੇ ਉੱਤੇ, ਆਲੇ ਦੁਆਲੇ ਦੀ ਸੰਗਤ ਦਾ ਪ੍ਰਭਾਵ ਪੈਂਦਾ ਹੈ। ਸਿੱਖਣ ਦਾ ਮਤਲਬ ਸੰਗਤ ਕਰਨੀ ਵੀ ਹੁੰਦਾ ਹੈ। ਸਿੱਖਣ ਦਾ ਮਤਲਬ ਇਹੋ ਜਿਹੇ ਇਕੱਠ ਵਿੱਚ ਬੈਠਣਾ, ਇਹੋ ਜਿਹੀ ਮਹਿਫਲ ਵਿੱਚ ਬੈਠਣਾ, ਇਹੋ ਜਿਹੀ ਜਗ੍ਹਾ 'ਤੇ ਬੈਠਣਾ ਜਿੱਥੋਂ ਕੋਈ ਚੀਜ਼ ਸਿੱਖਣੀ ਹੈ, ਧਾਰਨ ਕਰਨੀ ਹੈ। ਸੰਤ ਜਨਾ ਮਿਲ ਜਿਹੜਾ ਹੈਗਾ ਪਾਈ ਹੈ ਰਸਨਾ ਨਾਮ ਪਣਾ, ਫਿਰ ਉਹਦੇ ਨਾਲ ਰਸਨਾ ਨਾਮ ਪਣਾ, ਫਿਰ ਜਾ ਕੇ ਰਸਨਾ ਜਿਹੜੀ ਹੈ ਉਹ ਨਾਮ ਬਣ ਸਕੇਗੀ। ਹੁਣ ਬਣ ਸਕਣ ਦਾ ਮਤਲਬ ਇਹ ਹੁੰਦਾ ਹੈ ਇਹੋ ਜਿਹੇ ਲਫ਼ਜ਼ ਅਲਫਾਜ਼ ਜਿਨ੍ਹਾਂ ਨੂੰ ਸੋਚਣਾ ਨਾ ਪਏ, ਆਪਣੇ ਆਪ ਨਿਕਲਣ। ਗਾਲਾਂ ਸਾਡੇ, ਮਾਫੀ ਮੰਗਾਂਗਾ, ਪੰਜਾਬੀ ਕਲਚਰ, ਸਿੱਖੀ ਕਲਚਰ ਦੀ ਗੱਲ ਹੈ, ਪੰਜਾਬੀ ਕਲਚਰ ਦੇ ਵਿੱਚ ਸੋਚਣਾ ਨਹੀਂ ਪੈਂਦਾ ਕੁਛ ਵੀ, ਆਪ ਮੁਹਾਰੇ ਲੋਕਾਂ ਤੇ ਅਵੇਅਰਨੈਸ ਹੀ ਨਹੀਂ ਹੁੰਦੀ। ਅਸੀਂ ਗਾਲਾਂ ਕੱਢ ਰਹੇ ਹਾਂ, ਮਾੜਾ ਬੋਲ ਰਹੇ ਨੇ, ਟੀਚਰ ਕਰ ਰਹੇ ਨੇ, ਕਿਸੇ ਦੇ ਦਿਲ ਦੁਖਾਉਣ ਵਾਸਤੇ ਉਸ ਕਿਸਮ ਦੀਆਂ ਟਾਂਕਾਂ ਛਾਂਕਾਂ ਲੱਗ ਰਹੀਆਂ ਨੇ, ਪਤਾ ਹੀ ਨਹੀਂਗਾ ਆਪਣੇ ਆਪ। ਜੇ ਬੰਦਾ ਇਸੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਬਿਲਕੁਲ ਸੁਧਾਰਨਾ ਚਾਹੁੰਦਾ ਆ, ਸਪਿਰਿਚੁਅਲ ਸਾਈਡ ਤੋਂ ਉੱਥੇ ਚਲਾ ਜਾਏ, ਕੋਮਲ ਬਾਣੀ ਸਭ ਕੋ ਸੰਤੋਖ ਹੈ, ਐਸੀ ਬਾਣੀ ਜਿਹੜੀ ਰੂਹ ਤੋਂ ਵੀ ਕੋਮਲ ਹੋਏ, ਜਿਹੜੀ ਸੰਤੋਖ ਦੇਵੇ, ਐਸੀ ਬਾਣੀ ਜਿਹਦੇ 'ਚ ਮਿਠਾਸ ਹੋਏ, ਸਨੇਹ ਹੋਏ, ਪਿਆਰ ਹੋਏ, ਤਹਿਜ਼ੀਬ ਹੋਏ, ਇੱਜ਼ਤ ਹੋਏ, ਮਾਨ ਮਨੱਵਰ ਹੋਏ, ਰੱਬ ਦਾ ਭੈ ਹੋਏ, ਸ਼ੁਭ ਗੁਣ ਹੋਣ। ਲੋੜ ਹੀ ਨਹੀਂ, ਰਸਨਾ ਨਾਮ ਬਣਾ, ਇਤਨਾ ਨਾਮ ਆਰਾਧ ਲਿਆ, ਜ਼ਬਾਨ ਹੁਣ ਬੋਲਦੀ ਇਹ ਹੈ, ਆਪ ਮੁਹਾਰੇ ਸੁਣਦੀ ਇਹ ਹੈ। ਮਤਲਬ ਇਹ ਚੀਜ਼ ਜਿਹੜੀ ਹੈ ਇਤਨੀ ਪੱਕੀ ਹੋ ਗਈ, ਇਤਨੀ ਡਾਢੀ ਹੋ ਗਈ। ਗੁਰੂ ਸਾਹਿਬ ਕਹਿੰਦੇ ਇੱਥੇ ਘਣਾ ਆਨੰਦ ਆ। ਘਣਾ ਆਨੰਦ ਕੋਈ ਇਹ ਨਹੀਂ ਕੋਈ ਤੁਹਾਨੂੰ ਸੁਪਨਾ ਆਉਣਾ ਇੱਕ ਦਿਨ ਐਂਡ you gonna enjoy a dream. Oh wow, yesterday I had a dream, I was having company with Rabb ji and Rabb was blessing me. These are paranoids. Baba ji never accept them as a spiritual side. ਇਹ ਤੇ ਭਲੇਖੇ ਨੇ ਨਾ, ਲੋਕੀ ਜਿਉਂਦਿਆਂ ਮਰ ਇਸ ਤਰੀਕੇ ਨਾਲ ਸਾਰੀ ਉਮਰ ਕੱਢ ਦਿੰਦੇ। ਇਹ ਤੇ ਹੈ ਅੱਖਾਂ ਖੋਲ ਕੇ ਜਿਉਂਦਿਆਂ ਧਰਤੀ ਦੇ ਉੱਤੇ ਵਿਚਰਦਿਆਂ ਹੋਇਆ ਰਸਨਾ ਨਾਮ ਪਣਾ, ਉਹਦੀ ਬਾਤ ਕੀਤੀ ਇਹਦੇ ਵਿੱਚ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ। ਗਿਣਤੀ ਤੇ ਸਾਡੀ ਵੀ ਹੁੰਦੀ ਹੈ, SIN ਨੰਬਰ ਸਾਨੂੰ ਵੀ ਕੈਨੇਡਾ 'ਚ ਮਿਲਿਆ ਸਾਰਿਆਂ ਨੂੰ, ਸੋਸ਼ਲ ਇੰਸ਼ੋਰੈਂਸ ਨੰਬਰ, ਬਰਥ ਸਰਟੀਫਿਕੇਟ ਸਾਡੇ ਵੀ ਹੈਗੇ ਨੇ, ਪੇਪਰ ਵਰਕ ਹੈ ਸਾਡਾ। ਗਿਣਤੀ ਤੇ ਹੁੰਦੀ ਹੈ ਵੀ ਇੰਨੀ ਪਾਪੂਲੇਸ਼ਨ ਹੈ, ਇੰਨੇ ਲੋਕ ਨੇ, ਇਸ ਤਰੀਕੇ ਨਾਲ ਪਰਿਵਾਰਾਂ 'ਚ ਗਿਣਨੇ ਅਸੀਂ, ਸਾਡੇ 5 ਮੈਂਬਰ ਨੇ, 7 ਮੈਂਬਰ ਨੇ, ਆਪਣੇ ਆਪ ਨੂੰ ਗਿਣਨੇ ਆ, ਮੈਂ ਮੇਰੀ ਗਿਣਤੀ ਹੈ। ਪਰ ਜੇ ਡੀਪ ਲੈਵਲ 'ਤੇ ਦੇਖਿਆ ਜਾਏ, ਵਾਕਿਆ ਜੀ ਧਰਤੀ 'ਤੇ ਮੇਰੀ ਗਿਣਤੀ ਹੁੰਦੀ ਹੈ ਮਨੁੱਖਾਂ ਦੇ ਵਿੱਚ, ਕਿ ਮਨੁੱਖਾਂ ਵਾਲੇ ਗੁਣ ਹੈ ਨੇ ਮੇਰੇ ਵਿੱਚ। ਜੇ ਕਰਤਾਰ ਆ ਕੇ ਗਿਣੇ, ਅੱਛਾ ਮਨੁੱਖ ਦੀ ਕੈਟੇਗਰੀ ਇਹ ਹੈ ਕਿ ਮੈਂ ਇਸ ਕੈਟੇਗਰੀ 'ਚ ਫਿੱਟ ਬੈਠਦਾ, ਗਿਣਿਆ ਜਾਵਾਂਗਾ ਮੈਂ ਉਹਦੇ ਵਿੱਚ, ਮੇਰੀ ਗਿਣਤੀ ਕਿਹਦੇ 'ਚ ਹੋਏਗੀ? ਬਹੁਤ ਸਿੰਪਲ ਚੀਜ਼ ਹੈ ਜੀ ਇਹ। ਬੰਦਾ ਆਪ ਆਪਣੇ ਆਪ ਨੂੰ ਇਸ ਲੈਵਲ 'ਤੇ ਆਪਣੀ ਕੌਨਸ਼ੀਅਸ ਦੇ ਸਾਹਮਣੇ
खड़ा करके देखे मैं कित्थे खड़ा आ। साहब कहंदे तेरा विछोड़ा दूर हो जाएगा। जिस रब्बी गुणा तो तू विछड़ गया ना तू आ जाएगा वापस ਉਹਦੇ ਵਿੱਚ। इसलिए क्या जिन्हों ने ये जीवन अपना लिया जिन पाया प्रभा अपना आए तिसै गणा। फिर ये भी सोच है एक खिन तिस बिन जीवना बिरथा जन्म जाना। जिस चीज़ की समझ आ गई एक खिन एक निमक पाले भी उस अकाल पुरख वाहिगुरू की याद तो बिना जिउना पूरा जीवन बेअर्थ करने के बराबर है। सपोज इस तरह कह लो मावी चाहूँगा इस तरह आ तुसी 10 साल 15 साल 20 साल किसी चीज़ नूं कोई चिट्टा कपड़ा ही है 2 दिन 4 दिन 5 दिन 10 दिन बचा के रखा दाग तो एक दिन माड़ा जिहा ਉਹਦੇ ਬਾਰੇ ਅਨਅਵੇਅਰ ਹੋਏ ਕਿਤੇ ਮੜੀ ਕਾਲਖ ਲੱਗ ਗਈ 15 ਸਾਲ ਦੀ ਮਿਹਨਤ ਬੇਕਾਰ ਹੋ ਗਈ। ਇਹ ਸੁਰਤ ਇਹ ਹੈ। ਇਹ ਨਹੀਂ ਹੈਗਾ ਕਿ ਬੰਦੇ ਨੇ ਵੀ ਮਤਲਬ ਕੋਈ ਸਵੇਰੇ ਪਾਠ ਪੜ੍ਹ ਲਿਆ ਤੇ ਸ਼ਾਮ ਪੜ੍ਹ ਲਿਆ ਤੇ ਡਨ ਹੋ ਗਿਆ ਗੁਰਦੁਆਰੇ ਆ ਗਿਆ 2 ਮਿੰਟ ਬੈਠਾ ਤੇ ਇਹਦੇ ਸਿੱਖਿਆ ਆ ਲੈਣੀ ਹੈ ਜੀਵਨ ਪ੍ਰਯੰਤ ਦੀ ਐਕਸਰਸਾਈਜ਼ ਕਰਨੀ। बचन ये की लिखिया एक खिन तिस बिन जीवना एक निमक पाले भी उस आइडियोलॉजी तो सज्जे खब्बे होना बिरथा जन्म जाना। इस धरती ते जने जाना ही बेकार हो गया पूरा जीवन ही बेकार हो गया। जलथल महियल पूरिया रविया विच वना। बाकी जिहदे नाल जोड़न की बात कर रहे हैं बाबा जी वो कहते वो किते दूर नहीं गा। जल थल महियल पानी आकाश धरती सब जगह ते मौजूद है रविया विच बना। पर मुश्किल ये भी है कि हे बंदे सो प्रभ चितना आवे कितना दुख गणा। जिहड़ा हर थां ते मौजूद ते मुयसर होए वो दिसे भी ना भाले भी ना ਉਹਦਾ एहसास भी ना होए सुरत च किड्डा वड्डा दुख है। इदू वड्डा ना की हो सकता है। इसे करके महाराज ने कहा सी अंधे ये ना आखियां जिन मुख लोयन ना है अंधे से ही नानका खसमों कुत्थे जाए। ਥਾਂ ਥਾਂ ਤੇ ਉਹ ਖਸਮ ਹੈ ਉਹ ਹਰ ਥਾਂ ਤੇ ਮੌਜੂਦ ਆ ਅੱਖਾਂ ਨੂੰ ਦਿਸਦਾ ਹੀ ਨਹੀਂ। ਸਾਹਿਬ ਕਹਿੰਦੇ ਕਿਤੜਾ ਦੁੱਖ ਗਣਾ ਕਿੱਡਾ ਵੱਡਾ ਦੁੱਖ ਆ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ। ਜਿਨ੍ਹਾਂ ਨੇ ਕਿਤੇ ਰਾਵ ਲਿਆ ਉਹਨਾਂ ਦੇ ਭਾਗ ਮਣਾ ਮੁਝ ਜਾਗ ਗਏ ਉਹਨਾਂ ਦੀ ਬਖਸ਼ਿਸ਼ ਨਵਾਜ਼ਿਸ਼ ਹੋ ਗਈ। ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਹੈ ਨਾਨਕ। ਮੇਰੇ ਆਪਣੇ ਮਨ ਦੇ ਵਿੱਚ ਉਹਦੇ ਦਰਸ਼ਨ ਦੀ ਤਾਂ ਗਿਆ ਚੇਤ ਮਿਲਾਏ ਸੋ ਪ੍ਰਭੂ ਤਿਸ ਕਹਿ ਪਾਏ ਲਗਾ। ਮੈਂ ਉਸ ਕਰਤਾਰ ਦੇ ਚਰਨ ਕਮਲਾਂ ਨੂੰ ਆਪਣੇ ਜਿਹੜਾ ਅੰਦਰ ਵਸਾ ਲਵਾਂ ਉਹਨਾਂ ਦੇ ਪਾਏ ਫੜ ਲਵਾਂ ਕਿਉਂਕਿ ਉਸ ਕਰਤਾਰੀ ਰੂਪ ਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਉਹ ਪ੍ਰਭੂ ਮੈਨੂੰ ਮਿਲ ਸਕਦਾ ਆ। ਭਾਵ ਜੋ ਸਿਮਰਨ ਦੀ ਜੋ ਜੀਵਨ ਦੇ ਵਿੱਚ ਸੰਗਤ ਕਰਨ ਦੀ ਜੋ ਪ੍ਰਭੂ ਪਿਆਰ ਦੇ ਆਸ਼ੇ ਨੂੰ ਸਮਝਣ ਅਪਣਾਉਣ ਦੀ ਜਾਚ ਗੁਰੂ ਬਾਬਾ ਜੀ ਸਿਖਾ ਰਹੇ ਨੇ ਉਹ ਗੁਰੂ ਦੇ ਜ਼ਰੀਏ ਸਾਨੂੰ ਸਮਝ ਆ ਸਕਦੀ। ਅਸੀਂ ਗੁਰੂ ਦੇ ਚਰਨ ਫੜੀਏ ਸੋ ਅਸੀਂ ਸਾਡੀ ਰਿਸਾਈ ਕਰਤਾਰ ਤੱਕ ਹੋ ਸਕੇਗੀ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਭੁੱਲਾਂ ਗਲਤੀਆਂ ਨਾ ਚਤਾਰਿਓ। ਨਵੇਂ ਵਰੇ ਦੀ ਨਾਨਕ ਸ਼ਾਹੀ ਸੰਮਤ ਮੁਤਾਬਕ ਜੋ ਵਰਾ ਚੜ੍ਹ ਰਿਹਾ ਦੀ ਆਪ ਨੂੰ ਬਹੁਤ ਸਾਰੇ ਦਿਲੀ ਮੁਬਾਰਕਬਾਦ। ਨਾਲ ਹੀ ਦਿੱਲੀ ਦੀਆਂ ਸੜਕਾਂ ਦੇ ਉੱਤੇ ਕਿਸਾਨ ਮਾਈ ਭਾਈ ਜੋ ਸਟਰਗਲ ਕਰ ਰਹੇ ਨੇ ਉਹਨਾਂ ਦੀ ਚੜ੍ਹਦੀ ਕਲਾ ਹੋਏ ਸਫਲਤਾ ਹੋਏ ਉਹਦੀ ਅਰਦਾਸ ਕਰਦਿਆਂ ਹੋਇਆ ਖਾਕਸਾਰ ਖਿਮਾ ਦਾ ਯਾਚਕ ਹੋ ਰਿਹਾ। ਭੁੱਲਾਂ ਗਲਤੀਆਂ ਨਾ ਚਤਾਰ ਰਹੀਆਂ ਸਭ ਪ੍ਰੇਮ ਆਵਾਜ਼ ਦੇ ਕੇ ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।